ਹੋ ਸਕਦਾ ਜੋ ਚੀਜ਼ ਤੁਹਾਡੇ ਸਾਹਮਣੇ ਨਾ ਹੋਵੇ ਹੈ ਨਾ, ਤੁਸੀਂ ਨਹੀਂ ਦੇਖੀ ਤਾਂ ਉਹ ਕਿਸੇ ਹੋਰ ਨੇ ਦੇਖੀ ਹੋਵੇ। ਸੱਚ ਕਿੱਡੀ ਵੱਡੀ ਔਰ ਕਿੱਡੀ ਸਬਜੈਕਟਿਵ ਟਰਮ ਹੈ। ਤੁਹਾਡੇ ਲਈ ਕੁਝ ਸੱਚ ਹੋ ਸਕਦਾ, ਮੇਰੇ ਲਈ ਕੁਝ ਹੋਰ ਸੱਚ ਹੋ ਸਕਦਾ, ਬਟ ਉਹ ਦੋਨਾਂ ਦੇ ਹੀ ਸੱਚ ਹੋ ਸਕਦੇ ਆ। ਆਪਾਂ ਇੱਕ ਦੂਜੇ ਨੂੰ ਮਿਊਚੁਅਲ ਰਿਸਪੈਕਟ ਦੇਣੀ ਸਿੱਖ ਲਈਏ। ਜਦੋਂ ਤੁਹਾਡੀ ਜਰਨੀ ਦੇ ਵਿੱਚ ਕੁਝ ਘਟਦਾ ਹੈ ਨਾ, ਤਾਂ ਉਹ ਲੋਕਾਂ ਨੂੰ ਦੱਸਣ ਨਾ ਜਾਓ, ਕਿਉਂਕਿ ਲੋਕਾਂ ਦੇ ਪੱਲੇ ਨਹੀਂ ਪੈਣਾ, ਸਮਝ ਨਹੀਂ ਆਉਣੀ। ਔਰ ਜਦੋਂ ਸਮਝ ਨਹੀਂ ਆਉਣੀ ਤਾਂ ਉਹਨਾਂ ਨੇ ਤੁਹਾਨੂੰ ਇਹ ਕਹਿਣਾ ਕਿ ਝੂਠੇ ਆ। ਉੱਥੇ ਜਾ ਕੇ ਫਿਰ ਤੁਸੀਂ ਉਹਨਾਂ ਨੂੰ ਸੱਚ ਸਮਝਾਓਗੇ ਕਿੱਦਾਂ, ਦਿਖਾਓਗੇ ਕਿੱਦਾਂ? ਕਿਉਂਕਿ ਜਿਹੜੀਆਂ ਚੀਜ਼ਾਂ ਫਿਜ਼ੀਕਲੀ ਪ੍ਰੈਜ਼ੈਂਟ ਆ ਉਹ ਤਾਂ ਤੁਸੀਂ ਦਿਖਾ ਸਕਦੇ ਆ, ਅੰਨਿਆਂ ਨੂੰ ਤਾਂ ਉਹ ਵੀ ਨਹੀਂ ਨਜ਼ਰ ਆਉਂਦੀਆਂ ਹੁੰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਮੈਂ ਤੁਹਾਡੇ ਨਾਲ ਪਿਛਲੇ ਐਪੀਸੋਡ ਦੇ ਵਿੱਚ ਹੀ ਗੱਲ ਕੀਤੀ ਸੀਗੀ ਕਿ ਮੈਂ ਇਹ ਜਿਹੜਾ ਅੱਜ ਵਾਲਾ ਐਪੀਸੋਡ ਹੈ ਇਹ ਵੀ ਕੁਐਸਚਨ ਆਨਸਰ ਸੀਰੀਜ਼ ਨੂੰ ਹੀ ਕੰਟੀਨਿਊ ਕਰੂੰਗੀ, ਕਿਉਂਕਿ ਸਵਾਲ ਜਿਹੜੇ ਨੇ ਉਹ ਬਹੁਤ ਸਾਰੇ ਆਏ ਨੇ ਔਰ ਮੈਨੂੰ ਲੱਗਾ ਕਿ ਬਹੁਤ ਸਾਰਾ ਬੈਕਲੌਗ ਬਣਦਾ ਜਾ ਰਿਹਾ ਕੁਐਸਚਨਸ ਦਾ। ਅੱਜ ਵੀ ਜਿਹੜੇ ਮੈਂ ਕੁਐਸਚਨਸ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰੂੰਗੀ, ਮੈਨੂੰ ਫਿਰ ਵੀ ਲੱਗਦਾ ਕਿ ਉਹਦੇ ਵਿੱਚੋਂ ਕੁਝ ਕੁਐਸਚਨਸ ਰਹਿ ਜਾਣਗੇ, ਬਟ ਉਹ ਫਿਰ ਆਪਾਂ ਜਦੋਂ ਅਗਲੀ ਵਾਰੀ ਕੁਐਸਚਨ ਆਨਸਰ ਸੀਰੀਜ਼ ਕਰੂੰਗੀ ਫਿਰ ਮੈਂ ਉਦੋਂ ਉਹਨਾਂ ਨੂੰ ਮੈਂ ਟੈਕਲ ਕਰਨ ਦੀ ਕੋਸ਼ਿਸ਼ ਕਰੂੰਗੀ। ਪਰ ਜਿਹੜੇ ਅੱਜ ਕੁਐਸਚਨਸ ਜਿਹੜੇ ਮੈਂ ਲੈ ਕੇ ਆਈ ਹਾਂ ਉਹਨਾਂ ਨੂੰ ਆਪਾਂ ਅੱਜ ਡਿਸਕਸ ਕਰਦੇ ਹਾਂ। ਬਹੁਤ ਸਾਰੇ ਸਵਾਲ ਜਿਹੜੇ ਸਾਨੂੰ ਆਉਂਦੇ ਆ, ਉਹਨਾਂ ਦੇ ਵਿੱਚੋਂ ਕੁਝ ਸਵਾਲ ਐਸੇ ਹੁੰਦੇ ਆ ਜਿਨ੍ਹਾਂ ਦਾ ਜਵਾਬ ਦੇਣਾ ਮੈਨੂੰ ਕਈ ਵਾਰੀ ਫੀਲ ਹੁੰਦਾ ਕਿ ਇਮੀਡੀਏਟ ਬੇਸਿਸ ਦੇ ਉੱਤੇ ਬਹੁਤ ਜ਼ਰੂਰੀ ਆ। ਉਹਨਾਂ ਸਵਾਲਾਂ ਦੇ ਜਵਾਬ ਮੈਂ ਈਮੇਲ ਦੇ ਵਿੱਚ ਵੀ ਲਿਖ ਕੇ ਭੇਜ ਦਿੰਦੀ ਹਾਂ ਜਦੋਂ ਮੈਨੂੰ ਲੱਗੇ ਕਿਸੇ ਦੇ ਵਾਸਤੇ ਬਹੁਤ ਜ਼ਰੂਰੀ ਹੈ। ਅਤੇ ਬਹੁਤੇ ਵਾਰੀ ਮੈਂ ਪੁੱਛ ਲੈਂਦੀ ਹੁੰਦੀ ਹਾਂ ਤੁਹਾਨੂੰ ਕਿ ਜਦੋਂ ਤੁਹਾਡੀ ਈਮੇਲ ਆਏ ਮੈਂ ਪੁੱਛ ਲੈਂਦੀ ਹੁੰਦੀ ਹਾਂ ਕਿ ਤੁਸੀਂ ਇਹ ਜਿਹੜਾ ਸਵਾਲ ਹੈ ਇਹ ਤੁਸੀਂ ਮੈਨੂੰ ਪਬਲਿਕਲੀ ਪੁੱਛ ਰਹੇ ਆ ਜਾਂ ਕਿਸ ਤਰੀਕੇ ਨਾਲ ਪੁੱਛ ਰਹੇ ਆ, ਤਾਂ ਉਹ ਤੁਹਾਡੇ ਰਿਪਲਾਈ ਤੋਂ ਬਾਅਦ ਹੀ ਫਿਰ ਮੈਂ ਜਵਾਬ ਜਿਹੜੇ ਉਹ ਦਿੰਦੀ ਹੁੰਦੀ ਹਾਂ। ਖੈਰ, ਅੱਜ ਜਿਹੜੇ ਮੈਂ ਕੁਐਸਚਨਸ ਲੈ ਕੇ ਆਈ ਹਾਂ ਇਹ ਮੈਂ ਪੁੱਛਿਆ ਸੀਗਾ ਔਰ ਸਾਰਿਆਂ ਨੇ ਕਿਹਾ ਕਿ ਨਹੀਂ ਤੁਸੀਂ ਸਾਨੂੰ ਪਬਲਿਕਲੀ ਆਨਸਰ ਦੇ ਦਿਓ। ਕੁਝ ਸਵਾਲ ਇੰਪੋਰਟੈਂਟ ਵੀ ਨੇ ਔਰ ਸਾਰੀ ਸੰਗਤ ਤੱਕ ਪਹੁੰਚਣੇ ਵੀ ਜ਼ਰੂਰੀ ਨੇ ਤਾਂ ਕਿ ਆਪਾਂ ਇੱਕ ਡਿਸਕਸ਼ਨ ਤੱਕ ਆ ਸਕੀਏ। ਪਰ ਫਿਰ ਵੀ ਮੈਂ ਸ਼ੁਰੂ ਦੇ ਵਿੱਚ ਹੀ ਇੱਕ ਡਿਸਕਲੇਮਰ ਤੁਹਾਨੂੰ ਦੇ ਦੇਵਾਂ ਕਿ ਅਗਰ ਕਿਸੇ ਨੂੰ ਲੱਗੇ ਕਿ ਇਸ ਕੁਐਸਚਨ ਦਾ ਆਨਸਰ ਇਹ ਪ੍ਰੋਪਰ ਨਹੀਂ ਹੈਗਾ ਤਾਂ ਜਿੱਦਾਂ ਮੈਂ ਹਰ ਵਾਰੀ ਕਹਿੰਦੀ ਹੁੰਦੀ ਹਾਂ, ਤੁਸੀਂ ਆਪਣੀ ਰਾਏ ਸਾਨੂੰ ਲਿਖ ਕੇ ਭੇਜ ਸਕਦੇ ਹੋ, ਤੁਸੀਂ ਆਪਣਾ ਆਨਸਰ ਸਾਨੂੰ ਲਿਖ ਕੇ ਭੇਜ ਸਕਦੇ ਹੋ ਕਿ ਮੈਂ ਆਹ ਗਲਤ ਬੋਲਿਆ ਆ, ਤਾਂ ਤੁਸੀਂ ਆਪਣੇ ਵੱਲੋਂ ਜੋ ਵੀ ਕਰੈਕਟ ਹੈਗਾ ਉਹ ਮੈਨੂੰ ਜ਼ਰੂਰ ਲਿਖ ਕੇ ਭੇਜ ਸਕਦੇ ਹੋ। ਖੈਰ, ਆਪਾਂ ਸਵਾਲਾਂ ਵੱਲ ਜਾਈਏ ਤਾਂ ਪਹਿਲਾ ਜਿਹੜਾ ਕੁਐਸਚਨ ਅੱਜ ਮੈਂ ਲੈ ਰਹੀ ਹਾਂ ਉਹ ਬਲਵਿੰਦਰ ਸਿੰਘ ਜੀ ਲਿਖਦੇ ਨੇ, ਤੁਲਸਾ ਗੁਰੂ ਨਾਨਕ ਦੇ ਘਰ ਦੀ ਸੇਵਾਦਾਰ ਹੋਈ, ਭਾਈ ਕਮਲੀਆ ਜੀ ਵੀ ਗੁਰੂ ਘਰ ਦੇ ਸੇਵਕ ਹੋਏ ਨੇ, ਇਹਨਾਂ ਦੀ ਸਾਖੀ ਤੁਸੀਂ ਜ਼ਰੂਰ ਦੱਸੋ। ਬਲਵਿੰਦਰ ਸਿੰਘ ਜੀ, ਪਹਿਲਾਂ ਤਾਂ ਮੈਂ ਇਹ ਤੁਹਾਡਾ ਬੜਾ ਇੰਟਰਸਟਿੰਗ ਗੱਲ ਹੈਗੀ ਆ। ਤੁਸੀਂ ਸਾਨੂੰ ਬੜੇ ਗੁਰੂ ਘਰ ਦੇ ਸੇਵਕ ਜਿਹੜੇ ਗੁਰੂ ਘਰ ਦਾ ਕੋਈ ਵੀ ਸੇਵਕ ਹੋਏ, ਚਾਹੇ ਉਹ ਛੋਟਾ ਚਾਹੇ ਵੱਡਾ ਚਾਹੇ ਜਿਸ ਤਰੀਕੇ ਦਾ ਵੀ, ਉਹ ਸਾਰੇ ਹੀ ਤਕਰੀਬਨ ਸਾਡੇ ਨਾਲੋਂ ਚੰਗੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਗੁਰੂ ਪਾਤਸ਼ਾਹ ਦੀ ਦਿੱਖ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਆ। ਪਰ ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਬੇਨਤੀ ਕਰਨਾ ਚਾਹੂੰਗੀ ਕਿ ਮੈਂ ਬਹੁਤੀਆਂ ਜਿਹੜੀਆਂ ਸਾਖੀਆਂ ਦੇ ਵਿੱਚ ਨਾ ਮੈਂ ਜਾਂਦੀ ਨਹੀਂ ਹੁੰਦੀ। ਉਹਦਾ ਰੀਜ਼ਨ ਆ ਮੇਰੇ ਕੋਲ। ਇੱਕ ਤਾਂ ਇਹ ਆ ਕਿ ਮੈਂ ਐਲੀਜੀਬਲ ਨਹੀਂ ਹੈਗੀ ਸਾਖੀ ਸੁਣਾਉਣ ਨੂੰ। ਕਾਰਨ, ਜਦੋਂ ਵੀ ਸਾਖੀ ਆਪਾਂ ਸੁਣਾਉਂਦੇ ਹਾਂ ਨਾ ਤਾਂ ਫਿਰ ਉਹ ਜਿਸ ਭਾਸ਼ਾ ਦੇ ਵਿੱਚ ਲਿਖੀ ਗਈ ਆ, ਜਿਸ ਲੈਂਗੁਏਜ ਦੇ ਵਿੱਚ ਲਿਖੀ ਗਈ ਆ, ਉਹ ਸਾਖੀ ਉਸੇ ਲੈਂਗੁਏਜ ਵਿੱਚ ਸੁਣਾਈ ਜਾਵੇ ਤਾਂ ਉਹਦਾ ਇੰਪੈਕਟ ਪੈਂਦਾ ਆ। ਜਿਵੇਂ ਇਵੇਂ ਆ ਕੇ ਦੇਖੋ, ਜਿਹੜੀ ਸਾਖੀ ਬੇਸਿਕਲੀ ਇਤਿਹਾਸ ਨੂੰ ਕਿਹਾ ਜਾਂਦਾ। ਜਨਮ ਸਾਖੀਆਂ ਸਿਰਫ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਯੂਜ਼ ਹੋਇਆ, ਹੋਰ ਕਿਸੇ ਨਾਲ ਜਨਮ ਸਾਖੀਆਂ ਯੂਜ਼ ਨਹੀਂ ਹੋਇਆ। ਅਤੇ ਅਗਰ ਆਪਾਂ ਸਾਖੀ ਵੀ ਸੁਣਾਈਏ ਤਾਂ ਜਿਹੜੇ ਵਿਦਵਾਨ, ਜਿਹੜੇ ਇਤਿਹਾਸਕਾਰਾਂ ਨੇ ਲਿਖੀਆਂ ਆ, ਕਿਉਂਕਿ ਲੈਂਗੁਏਜ ਦਾ ਬੜਾ ਇੰਪੋਰਟੈਂਸ ਹੁੰਦਾ, ਬੜਾ ਮਹੱਤਵ ਹੁੰਦਾ ਆ। ਕੋਈ ਵੀ ਭਾਸ਼ਾ ਅਗਰ ਮੈਂ ਤੁਹਾਡੇ ਕੋਲ ਇੱਥੇ ਆ ਕੇ ਇੱਕ ਕਹਾਣੀ ਦੇ ਰੂਪ ਦੇ ਵਿੱਚ ਸੁਣਾ ਕੇ ਚੱਲ ਜਾਵਾਂ ਤਾਂ ਉਹਦਾ ਓਨਾ ਇੰਪੈਕਟ ਨਹੀਂ ਪੈਣਾ ਜਿੰਨਾ ਜਿਸ ਤਰੀਕੇ ਨਾਲ, ਜਿਸ ਭਾਸ਼ਾ ਨਾਲ ਲਿਖੀ ਗਈ ਆ ਉਹਦਾ ਇੰਪੈਕਟ ਪੈਣਾ। ਇਹਦੇ ਵਾਸਤੇ ਡਾਕਟਰ ਹਰਪਾਲ ਸਿੰਘ ਪੰਨੂ ਤੁਸੀਂ ਸਰਚ ਕਰ ਲਿਓ, ਡਾਕਟਰ ਹਰਪਾਲ ਸਿੰਘ ਪੰਨੂ ਯੂਟਿਊਬ ਦੇ ਉੱਤੇ, ਔਰ ਨਾਲ ਹੀ ਲਿਖ ਦਿਓ ਜਨਮ ਸਾਖੀ, ਅਤੇ ਤੁਹਾਨੂੰ ਸ਼ਾਇਦ ਉਹਨਾਂ ਦੇ ਕੋਈ ਨਾ ਕੋਈ ਵੀਡੀਓ ਜ਼ਰੂਰ ਆ ਜਾਊਗੀ। ਜਿਸ ਲੈਂਗੁਏਜ ਵਿੱਚ ਉਹ ਸੁਣਾਉਂਦੇ ਆ ਨਾ, ਤਾਂ ਜਦੋਂ ਤੁਸੀਂ ਉਹ ਸੁਣਦੇ ਹੋ ਤਾਂ ਤੁਹਾਡੇ ਅੰਦਰ ਉਹ ਪਤਾ ਲੱਗਦਾ ਕਿ ਉਹਨਾਂ ਦਾ ਇੰਪੈਕਟ ਕੀ ਆ। ਤਾਂ ਉਹ ਲੈਂਗੁਏਜ ਬੜੀ ਇੰਪੋਰਟੈਂਟ ਆ। ਹਜੇ ਮੈਂ ਇੰਨੀ ਵੈਲ ਵਰਸਡ ਨਹੀਂ ਹੈਗੀ ਜਨਮ ਸਾਖੀਆਂ ਦੇ ਨਾਲ ਕਿ ਮੈਂ ਮੂੰਹ ਜ਼ੁਬਾਨੀ ਤੁਹਾਨੂੰ ਇੰਝ ਹੀ ਸੁਣਾ ਸਕਾਂ। ਪੜ੍ਹ ਕੇ ਤਾਂ ਸੁਣਾ ਸਕਦੀ ਹਾਂ, ਪਰ ਪੜ੍ਹ ਕੇ ਸੁਣਾਉਣ ਦਾ ਮੈਨੂੰ ਲੱਗਦਾ ਫਿਰ ਉਹ ਪ੍ਰਭਾਵ ਨਹੀਂ ਹੁੰਦਾ, ਉਹ ਤੁਹਾਨੂੰ ਵੀ ਬੋਰਿੰਗ ਲੱਗੂਗਾ। ਕਿਉਂਕਿ ਜੇ ਪੜ੍ਹਨਾ ਹੀ ਆ ਤਾਂ ਫਿਰ ਤੁਸੀਂ ਵੀ ਪੜ੍ਹ ਸਕਦੇ ਆ। ਅਤੇ ਇਸ ਕਰਕੇ ਮੈਂ ਆਪਣੇ ਆਪ ਨੂੰ
ਕੋਈ ਵੀ ਉਸ ਕੰਮ ਦੇ ਵਿੱਚ ਇੰਡਲਜ ਨਹੀਂ ਕਰਦੀ ਜਿਹੜਾ ਮੈਨੂੰ ਲੱਗੇ ਕਿ ਮੈਂ ਇਹਦੇ ਹਜੇ ਲਾਇਕ ਨਹੀਂ, ਹੈ ਨਾ। ਸੋ ਜਨਮ ਸਾਖੀਆਂ ਜੇ ਤੁਸੀਂ ਪੜ੍ਹਨੀਆਂ ਹੈ, ਜੇ ਤੁਹਾਡਾ ਮਨ ਕਰਦਾ ਹੈ, ਤੁਸੀਂ ਬਾਕਾਇਦਾ ਜਨਮ ਸਾਖੀਆਂ ਉਹਨਾਂ ਵਿਦਵਾਨਾਂ ਦੀ ਜ਼ੁਬਾਨ ਦੇ ਵਿੱਚ ਉਸੇ ਲੈਂਗੁਏਜ ਵਿੱਚ ਪੜ੍ਹੋ ਤਾਂ ਉਹ ਬੈਟਰ ਸਮਝ ਲੱਗਦੀਆਂ। ਜਿਹੜੀ ਤੁਸੀਂ ਤੁਲਸਾਂ ਦੀ ਗੱਲ ਕੀਤੀ ਆ, ਉਹ ਨਾਨਕ ਚਮਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ ਵੀ ਲਿਖਿਆ ਹੈ, ਗਿਆਨੀ ਗਿਆਨ ਸਿੰਘ ਹੁਣਾਂ ਨੇ ਵੀ ਉਹਦਾ ਜ਼ਿਕਰ ਕੀਤਾ ਹੈ, ਭਾਈ ਸੰਤੋਖ ਸਿੰਘ ਹੁਣਾਂ ਨੇ ਵੀ ਜ਼ਿਕਰ ਕੀਤਾ ਹੈ। ਸੋ ਹੈ ਬਿਲਕੁਲ ਇਹ ਗੱਲ ਤੁਹਾਡੀ ਸੱਚ ਹੈ ਕਿ ਉਹ ਗੁਰੂ ਘਰ ਦੀ ਸੇਵਕ ਹੋਈ ਹੈ ਅਤੇ ਉਹਨਾਂ ਦੀ ਗੱਲ ਆਪਾਂ ਨੂੰ ਕਰਨੀ ਜ਼ਰੂਰੀ ਆ। ਪਰ ਅਗੇਨ ਮੈਂ ਆਪਣੀ ਗੱਲ ਰਿਪੀਟ ਕਰਦੀ ਹਾਂ ਕਿ ਮੈਂ ਐਜ਼ ਇਟ ਇਜ਼ ਸਾਖੀ ਸੁਣਾਉਣ ਵਾਸਤੇ ਐਲੀਜੀਬਲ ਨਹੀਂ। ਜੇ ਮੈਂ ਸਾਖੀ ਨਹੀਂ ਸੁਣਾ ਸਕਦੀ ਤਾਂ ਫਿਰ ਮੈਂ ਤੁਹਾਡਾ ਇਹ ਸਵਾਲ ਲਿਆ ਕਿਉਂ? ਉਹ ਇਸ ਕਰਕੇ ਕਿਉਂਕਿ ਮੈਂ ਇਹ ਡਿਸਕਸ ਕਰਨਾ ਚਾਹੁੰਦੀ ਸੀਗੀ ਕਿ ਆਪਾਂ ਜਨਮ ਸਾਖੀਆਂ 'ਚੋਂ ਲੈ ਕੀ ਸਕਦੇ ਹਾਂ। ਦੇਖੋ, ਜਦੋਂ ਵੀ ਕੋਈ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ ਜਾਂ ਕੋਈ ਲਿਟਰੇਚਰ ਪੜ੍ਹਦੇ ਹਾਂ ਤਾਂ ਉਹ ਕਿਸੇ ਵੀ ਪਾਸੇ ਜਾ ਸਕਦਾ ਹੁੰਦਾ। ਹਰ ਇੱਕ ਇਨਸਾਨ ਦੀ ਇੱਕ ਲਿਟਰੇਚਰ ਨੂੰ ਇੰਟਰਪ੍ਰੇਟ ਕਰਨ ਦੀ ਸ਼ਮਤਾ ਅਤੇ ਉਹਨੂੰ ਇੰਟਰਪ੍ਰੇਟ ਕਰਨ ਦਾ ਅੰਦਾਜ਼ ਹਰ ਇੱਕ ਬੰਦੇ ਦਾ ਅਲੱਗ-ਅਲੱਗ ਹੁੰਦਾ ਆ। ਇਸ ਤਰੀਕੇ ਨਾਲ ਜਦੋਂ ਤੁਸੀਂ ਜਨਮ ਸਾਖੀਆਂ ਪੜ੍ਹਨੀਆਂ ਸ਼ੁਰੂ ਕਰਦੇ ਆ ਨਾ ਐਜ਼ ਐਨ ਇੰਡੀਵਿਜੂਅਲ, ਮੈਂ ਐਜ਼ ਐਨ ਇੰਡੀਵਿਜੂਅਲ ਪੜ੍ਹਦੀ ਹਾਂ, ਤੁਸੀਂ ਐਜ਼ ਐਨ ਇੰਡੀਵਿਜੂਅਲ ਪੜ੍ਹਦੇ ਆ, ਤਾਂ ਸਾਡੀ ਆਪਣੀ ਇੱਕ ਮੱਤ ਹੈ, ਉਹਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਸਮਝਦੇ ਹਾਂ, ਉਹਦੇ ਵਿੱਚੋਂ ਅਸੀਂ ਕੁਛ ਨਾ ਕੁਛ ਲੈ ਸਕਦੇ ਹਾਂ। ਹਿਸਟਰੀ ਹੋਵੇ ਜਾਂ ਲਿਟਰੇਚਰ ਹੋਵੇ, ਇਟ ਸਪੀਕਸ ਇਨ ਡਿਫਰੈਂਟ ਟੋਨਸ। ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਟੋਨ ਦੇ ਵਿੱਚ ਹੀ ਉਹ ਬੋਲਦੀ ਆ। ਹਾਂ, ਸਾਨੂੰ ਹੁਣ ਧਿਆਨ ਕੀ ਦੇਣਾ ਆ? ਉਹ ਇਹ ਦੇਣਾ ਕਿ ਅਸੀਂ ਜਿਹੜੀਆਂ ਕੰਟਰੋਵਰਸੀਜ਼ ਆ ਨਾ ਜਨਮ ਸਾਖੀ ਦੇ ਨਾਲ ਲੱਗੀਆਂ ਹੋਈਆਂ, ਅਸੀਂ ਉਹਨਾਂ ਤੋਂ ਦੂਰ ਰਹੀਏ। ਕੀ ਕੰਟਰੋਵਰਸੀਜ਼ ਆ? ਕਿ ਇਹ ਤਾਂ ਝੂਠ ਆ ਜੀ, ਇਹ ਗੱਪ ਆ ਜੀ, ਇਹੋ ਜਿਹੇ ਜਿਹੜੇ ਵਰਡਸ ਆ ਨਾ ਆਪਾਂ ਉਹਨਾਂ ਨੂੰ ਬਿਲਕੁਲ ਬੰਦ ਕਰ ਦਈਏ ਬੋਲਣਾ। ਕਿਉਂ? ਕਿਉਂਕਿ ਜਦੋਂ ਅਸੀਂ ਕਿਸੇ ਨੂੰ ਕਹਾਂਗੇ ਕਿ ਇਹ ਗੱਪ ਆ ਤਾਂ ਫਿਰ ਸਾਨੂੰ ਇਹ ਦੱਸਣਾ ਪਊਗਾ ਕਿ ਸੱਚ ਕੀ ਆ। ਅਤੇ ਯਕੀਨ ਮੰਨਿਓ ਜੇ ਕਿ ਇਸ ਪੂਰੀ ਦੁਨੀਆ ਦੇ ਵਿੱਚ ਜਿਹੜਾ ਵਰਡ ਹੈ ਨਾ ਟਰੂਥ, ਇਹ ਅਨਡਿਫਾਈਨੇਬਲ ਆ। ਤੁਸੀਂ ਇਹਨੂੰ ਡਿਫਾਈਨ ਨਹੀਂ ਕਰ ਸਕਦੇ। ਤੁਸੀਂ ਜ਼ਰਾ ਸੋਚ ਕੇ ਦੇਖਿਓ ਕਿ ਵਾਟ ਇਜ਼ ਟਰੂਥ। ਜੇ ਆਪਾਂ ਇਹ ਗੱਲ ਕਰੀਏ ਕਿ ਟਰੂਥ ਕੀ ਆ, ਸੱਚ ਕੀ ਆ, ਤਾਂ ਤੁਸੀਂ ਕੀ ਕਹੋਗੇ? ਸੱਚ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਸੱਚ ਬੜੀ ਸਬਜੈਕਟਿਵ ਟਰਮ ਆ। ਹਾਂ, ਫੈਕਟ ਹੋ ਸਕਦੇ ਆ। ਫੈਕਟ ਤੋਂ ਮਤਲਬ ਇਹ ਆ ਕਿ ਜਿੱਦਾਂ ਹੁਣ ਮੈਂ ਇਹ ਕਹਾਂ ਕਿ ਅੰਮ੍ਰਿਤਸਰ ਤੋਂ UK ਦੀ ਜਿਹੜੀ ਦੂਰੀ ਆ ਉਹ ਇੰਨੇ ਕਿਲੋਮੀਟਰ ਆ, ਰਾਈਟ, ਜਾਂ ਇੰਨੇ ਮਾਈਲਸ ਆ, ਉਹ ਫੈਕਟ ਆ, ਉਹ ਚੈੱਕ ਕੀਤਾ ਜਾ ਸਕਦਾ। ਜੇ ਮੈਂ ਤੁਹਾਨੂੰ UK ਤੋਂ ਜਾ ਕੇ ਅੰਮ੍ਰਿਤਸਰ ਦੇ ਵਿੱਚ ਕੋਈ ਕਹਾਣੀ ਸੁਣਾਉਣੀ ਆ, ਮੈਂ ਕਹਿੰਦੀ ਇਹ ਸੱਚੀ ਕਹਾਣੀ ਆ, ਤਾਂ ਉਹ ਤਾਂ ਮੇਰਾ ਸੱਚ ਹੈ ਨਾ। ਉਹ ਸੱਚ ਹੈ ਕਿ ਨਹੀਂ ਹੈ, ਉਹ ਡਿਫਰੈਂਟ ਆ। ਹੋ ਸਕਦਾ ਉਹ ਸੱਚ ਦੇ ਵਿੱਚ ਮੇਰਾ ਨਜ਼ਰੀਆ ਵਿੱਚ ਵੜਿਆ ਹੋਵੇ, ਹੈ ਨਾ। ਤਾਂ ਇਸ ਕਰਕੇ ਉਹ ਬਹੁਤ ਵੱਡਾ ਬੜਾ ਲੋਡਿਡ ਵਰਡ ਹੈ ਜਿਹੜਾ ਸੱਚ, ਟਰੂਥ, ਬਹੁਤ ਲੋਡਿਡ ਵਰਡ ਹੈ। ਜਿੰਨਾ ਲੋਡਿਡ ਵਰਡ ਜਿਹੜਾ ਹੈ ਉਹ ਟਰੂਥ ਹੈ, ਓਨਾ ਹੀ ਲੋਡਿਡ ਵਰਡ ਜਿਹੜਾ ਹੈ ਉਹ ਗੱਪ ਹੈ। ਜਦੋਂ ਆਪਾਂ ਕਹਿੰਦੇ ਨਾ ਕਿ ਆਹ ਤਾਂ ਗੱਪਾਂ ਲਿਖੀਆਂ ਆ, ਬਹੁਤ ਸਾਰੇ ਲੋਕ ਮੈਂ ਦੇਖਦੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਲੱਗੇ ਹੁੰਦੇ ਆ, ਭਾਈ ਸੰਤੋਖ ਸਿੰਘ ਹੁਣਾਂ ਬਾਰੇ, ਕਵੀ ਸੰਤੋਖ ਸਿੰਘ ਬਾਰੇ ਵੀ ਬੋਲਦੇ ਹੁੰਦੇ ਆ, ਜਾਂ ਹੋਰ ਵੀ ਬੜੇ ਵਿਦਵਾਨਾਂ ਬਾਰੇ ਬੋਲਦੇ, ਤਾਂ ਗੱਪੀ ਆ, ਇਹ ਤਾਂ ਗੱਪਾਂ ਵੱਢਦਾ। ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਹੜੇ ਵਰਡ ਔਰ ਕਿੰਨੀ ਇੰਟੈਂਸਿਟੀ ਦੇ ਨਾਲ ਬੋਲਦੇ ਨੇ, ਐਵੇਂ ਬਿਨਾਂ ਸੋਚੇ ਸਮਝੇ। ਕਿਸੇ ਦੀ ਜਿਹੜੀ ਹੋ ਸਕਦਾ ਜੋ ਚੀਜ਼ ਤੁਹਾਡੇ ਸਾਹਮਣੇ ਨਾ ਹੋਵੇ, ਹੈ ਨਾ, ਤੁਸੀਂ ਨਹੀਂ ਦੇਖੀ, ਤਾਂ ਉਹ ਕਿਸੇ ਹੋਰ ਨੇ ਦੇਖੀ ਹੋਵੇ। ਮੈਂ ਇੱਕ ਇਹਦੀ ਐਗਜ਼ਾਮਪਲ ਦਿੰਦੀ ਹਾਂ। ਮੈਂ ਬਹੁਤ ਅੱਜ ਤੋਂ ਕੁਛ ਸਾਲ ਪਹਿਲਾਂ ਦੀ ਗੱਲ ਆ, ਮੈਂ ਕੁਛ ਪੜ੍ਹਦੀ ਸੀਗੀ ਅਤੇ ਉੱਥੇ ਜਿਹੜੀਆਂ ਇੱਕ ਨੈਚੁਰਲ ਲਾਈਟ ਦਾ ਜਿਹੜਾ ਪਲੇ ਹੁੰਦਾ, ਨੌਰਦਰਨ ਲਾਈਟਸ ਦਾ ਜਿਹਨੂੰ ਹੈ ਨਾ ਬੋਲਦੇ ਆ, ਤਾਂ ਉਹਦੇ ਬਾਰੇ ਮੈਂ ਇੱਦਾਂ ਪੜ੍ਹਿਆ ਔਰ ਮੈਂ ਬੜੀ ਹੈਰਾਨ ਹੋਈ, ਅੱਛਾ ਇੱਦਾਂ ਵੀ ਹੁੰਦਾ। ਅਤੇ ਮੈਂ ਫਟਾਫਟ ਉਹ ਸਰਚ ਕੀਤਾ ਕਿ ਡਿਸਕਵਰੀ ਦੇ ਉੱਤੇ ਜਾਂ ਕਿਤੇ ਵੀ ਮੈਨੂੰ ਲੱਭ ਜਾਏ ਕਿ ਉਹ ਕਿੱਦਾਂ ਹੁੰਦੀਆਂ ਆ, ਕਿਸ ਤਰੀਕੇ ਨਾਲ ਜਿਹੜੀਆਂ ਲਾਈਟਸ ਆ ਉਹ ਆਪਣੇ ਆਪ ਅਸਮਾਨੀ ਲਾਈਟਸ, ਯੈਲੋ, ਪਰਪਲ, ਗਰੀਨ, ਇਹ ਕਲਰ ਦੀਆਂ ਕਿਵੇਂ ਨਿਕਲ ਕੇ ਆਉਂਦੀਆਂ, ਮੈਂ ਦੇਖਣ ਲੱਗ ਗਈ। ਮੈਂ ਹੁਣ ਮੇਰੇ ਵਾਸਤੇ ਉਹ ਬੜਾ ਇੱਕ ਡਿਫਰੈਂਟ ਐਕਸਪੀਰੀਅੰਸ ਸੀਗਾ। ਇਹ ਅੱਜ ਤੋਂ ਕਾਫੀ ਸਾਲ ਪੁਰਾਣੀ ਗੱਲ ਆ। ਜਦੋਂ ਮੈਂ ਅਗਲੇ ਦਿਨ ਆਪਣੇ ਕਲੀਗਸ ਨੂੰ ਮਿਲੀ ਜਾਂ ਆਪਣੇ ਫਰੈਂਡਸ ਨੂੰ ਮਿਲੀ, ਤਾਂ ਮੈਂ ਉਹਨਾਂ ਨੂੰ ਬੜੀ ਖੁਸ਼ ਹੋ ਕੇ ਇੰਝ ਹੀ ਦੱਸ ਦਿੱਤਾ ਕਿ ਨੇਚਰ ਦੇਖੋ ਕਿੱਡੀ ਖੂਬਸੂਰਤ ਚੀਜ਼ ਆ ਨਾ। ਪਰਮਾਤਮਾ ਪਤਾ ਨਹੀਂ ਕੀ ਬਣਾਉਂਦਾ ਆ, ਕਿਵੇਂ ਬਣਾਉਂਦਾ ਆ। ਇੱਥੇ ਇੱਦਾਂ ਦੇ ਵੀ ਮੁਲਕ ਹੈਗੇ ਆ ਜਿੱਥੇ ਪਰਮਾਤਮਾ ਆਪ ਆਤਿਸ਼ਬਾਜ਼ੀ ਕਰਦਾ ਆ, ਕਿ ਉਹਦੇ ਵਿੱਚ ਉਹ ਪਰਮਾਤਮਾ ਦੀ ਜਿਹੜੀ ਆਤਿਸ਼ਬਾਜ਼ੀ ਉਹ ਵੀ ਦੇਖਣ ਵਾਲੀ ਹੈ। ਤਾਂ ਮੈਨੂੰ ਅੱਗੋਂ ਫੱਟ ਦੇਣੀ ਕਿਸੇ ਦਾ ਜਵਾਬ ਇਹ ਆਇਆ ਕਿ ਚੱਲ ਕਿਰਨ ਠੀਕ ਆ, ਗੱਪਾਂ ਨਾ ਰੇੜਿਆ ਕਰ। ਐਂਡ ਆਈ ਵਾਜ਼ ਲਾਈਕ
ਐਕਸਕਿਊਜ਼ ਮੀ ਇਹ ਗੱਪ ਨਹੀਂ ਹੈਗੀ ਸੱਚ ਆ। ਤਾਂ ਫਿਰ ਮੈਨੂੰ ਉਹ ਬਕਾਇਦਾ ਉਹਨਾਂ ਨੂੰ ਜਦੋਂ ਮੈਂ ਉਹ ਵੀਡੀਓ ਦਿਖਾਈ ਐਂਡ ਦੈਨ ਉਹਨਾਂ ਨੇ ਕਿਹਾ ਕਿ ਅੱਛਾ ਇਹ ਤਾਂ ਫਿਰ ਸਾਨੂੰ ਪਤਾ ਨਹੀਂ ਸੀਗਾ। ਸੋ ਉਦੋਂ ਮੇਰੇ ਦਿਮਾਗ 'ਚ ਆਇਆ ਸੀਗਾ ਕਿ ਸੱਚ ਕਿੱਡੀ ਵੱਡੀ ਔਰ ਕਿੱਡੀ ਸਬਜੈਕਟਿਵ ਟਰਮ ਹੈ। ਤੁਹਾਡੇ ਲਈ ਕੁਝ ਸੱਚ ਹੋ ਸਕਦਾ, ਮੇਰੇ ਲਈ ਕੁਝ ਹੋਰ ਸੱਚ ਹੋ ਸਕਦਾ, ਬਟ ਉਹ ਦੋਨਾਂ ਦੇ ਹੀ ਸੱਚ ਹੋ ਸਕਦੇ ਆ। ਆਪਾਂ ਇੱਕ ਦੂਜੇ ਨੂੰ ਮਿਊਚੁਅਲ ਰਿਸਪੈਕਟ ਦੇਣੀ ਸਿੱਖ ਲਈਏ। ਇਹ ਜਿਹੜਾ ਮੈਂ ਭਾਸ਼ਣ ਦੇ ਰਹੀ ਹਾਂ ਉਹ ਸਾਰਾ ਸਿਰਫ ਇਸੇ ਗੱਲ ਦੇ ਉੱਤੇ ਦੇ ਰਹੀ ਹਾਂ ਕਿ ਜਨਮ ਸਾਖੀਆਂ ਦੇ ਨਾਲ ਜਿਹੜੀ ਇੱਕ ਚੀਜ਼ ਲੱਗ ਗਈ ਨਾ ਕਿ ਆ ਵੀ ਗੱਪ ਜੀ, ਇਹ ਆਪਾਂ ਨਾ ਇਹਦੇ ਤੋਂ ਹਟਣਾ ਸ਼ੁਰੂ ਹੌਲੀ ਸਾਈਡ ਹੋਣਾ ਸ਼ੁਰੂ ਕਰੀਏ। ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਇਹ ਗੱਪ ਆ ਤਾਂ ਉਸ ਦਾ ਮਤਲਬ ਅਸੀਂ ਇਹ ਕਹਿੰਦੇ ਹਾਂ ਕਿ ਸੱਚ ਮੈਨੂੰ ਪਤਾ। ਔਰ ਜੇ ਸੱਚ ਸਾਨੂੰ ਪਤਾ ਇਹਦਾ ਮਤਲਬ ਹੈ ਕਿ ਮੈਂ ਪੂਰੀ ਦੁਨੀਆ ਦੀ ਜੋ ਵੀ ਲਿਟਰੇਚਰ ਲਿਖਿਆ ਗਿਆ ਉਹ ਪੜ੍ਹ ਚੁੱਕਾ, ਮੇਰੇ ਤੋਂ ਵਧੀਆ ਹੋਰ ਕੋਈ ਹੈ ਹੀ ਨਹੀਂ, ਮੇਰੇ ਤੋਂ ਜ਼ਿਆਦਾ ਨੌਲੇਜੇਬਲ ਕੋਈ ਨਹੀਂ ਹੈਗਾ। ਇੰਝ ਨਹੀਂ ਹੁੰਦਾ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਆ ਜੋ ਸਾਨੂੰ ਪਤਾ ਹੀ ਨਹੀਂ ਆ ਕਿ ਐਗਜ਼ਿਸਟ ਕਰਦੀਆਂ ਆ, ਰਾਈਟ। ਹੁਣ ਇਸੇ ਲਾਈਨ ਦੇ ਉੱਤੇ ਜਿਹੜੀ ਤੁਲਸਾਂ ਦੀ ਤੁਸੀਂ ਮੈਨੂੰ ਕਿਹਾ ਬਲਵਿੰਦਰ ਸਿੰਘ ਜੀ ਹੁਣਾਂ ਨੇ ਕਿ ਸਾਨੂੰ ਉਹ ਸਾਖੀ ਸੁਣਾਈ ਜਾਵੇ, ਮੈਂ ਉਸ ਸਾਖੀ ਦਾ ਥੋੜ੍ਹਾ ਜਿਹਾ ਜੋ ਇੱਕ ਕਰਕਸ, ਮੈਂ ਉਹਨੂੰ ਬਿਲਕੁਲ ਵੀ ਸਾਖੀ ਨਹੀਂ ਸੁਣਾ ਰਹੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹ ਮੈਂ ਐਲੀਜੀਬਲ ਨਹੀਂ ਹੈਗੀ, ਪਰ ਕੁਝ ਕੁ ਚੀਜ਼ਾਂ ਜਿਹੜੀਆਂ ਮੈਂ ਉਹਦੇ ਵਿੱਚੋਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੀ ਲਿਆ। ਹੁਣ ਜਦੋਂ ਤੁਲਸਾਂ ਦੀ ਜਿਹੜੀ ਸਾਖੀ ਆ ਉਹ ਕਹਿੰਦੇ ਆ ਕਿ ਮਾਤਾ ਤ੍ਰਿਪਤਾ ਜੀ ਹੁਣਾਂ ਦੇ ਘਰ ਉਹ ਕੰਮ ਕਰਦੇ ਹੁੰਦੇ ਸੀਗੇ ਮਾਈ ਤੁਲਸਾਂ, ਅਤੇ ਗੁਰੂ ਨਾਨਕ ਪਾਤਸ਼ਾਹ ਅੰਦਰ ਸੁੱਤੇ ਹੋਏ ਆ। ਮੇਰੀ ਲੈਂਗੁਏਜ ਪਲੀਜ਼ ਮਾफ़ ਕਰ ਦਿਓ ਕਿਉਂਕਿ ਉਹ ਉਨੀ ਜਿਹੜੀ ਭਾਈ ਵੀਰ ਸਿੰਘ ਹੁਣਾਂ ਦੇ ਲੈਵਲ ਦੀ ਲੈਂਗੁਏਜ ਤਾਂ ਨਹੀਂ ਹੈਗੀ, ਬਟ ਮੈਂ ਤੁਹਾਨੂੰ ਸਿਰਫ ਇੱਕ ਗੱਲ ਇੱਕ ਪੁਆਇੰਟ ਤੱਕ ਲੈ ਕੇ ਜਾ ਰਹੀ ਹਾਂ। ਤਾਂ ਉਹ ਜਦੋਂ ਗੁਰੂ ਪਾਤਸ਼ਾਹ ਸੁੱਤੇ ਆ ਅਤੇ ਉਹਨਾਂ ਨੂੰ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਕਿ ਜਾ ਕੇ ਤੁਲਸਾਂ ਵੀ ਗੁਰੂ ਨਾਨਕ ਪਾਤਸ਼ਾਹ ਬਾਰੇ ਕਿ ਮੇਰੇ ਪੁੱਤਰ ਨੂੰ ਜਗਾ ਦੇ, ਉਹ ਰੋਟੀ ਖਾ ਲੇ। ਜਦੋਂ ਮਾਈ ਤੁਲਸਾਂ ਅੰਦਰ ਜਾਂਦੇ ਆ, ਦੇਖਦੇ ਆ ਕਿ ਉਹ ਸੁੱਤੇ ਹੋਏ ਆ, ਔਰ ਜਾ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਆ। ਜਦੋਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਉਹਨਾਂ ਦੇ ਅੰਦਰ ਕੁਛ ਘਟਦਾ ਆ, ਮਾਤਾ ਜੀ ਦੇ ਮਾਈ ਤੁਲਸਾਂ ਦੇ। ਉਹ ਜਦੋਂ ਅੰਦਰ ਕੁਛ ਘਟਦਾ ਆ ਅਤੇ ਉਹਨਾਂ ਨੂੰ ਨਜ਼ਰ ਆਉਂਦਾ ਆ ਕਿ ਗੁਰੂ ਨਾਨਕ ਪਾਤਸ਼ਾਹ ਆਪਣੇ ਕਿਸੇ ਸਿੱਖ ਦੀ ਜਿਹਦਾ ਕੋਈ ਸ਼ਿਪ ਸੀ ਔਰ ਉਹ ਡੁੱਬ ਰਿਹਾ ਸੀ, ਉਹਨੂੰ ਬਚਾ ਰਹੇ ਆ। ਅਤੇ ਤੁਲਸਾਂ ਬਾਹਰ ਆ ਜਾਂਦੇ ਆ ਕੇ ਉਹਨਾਂ ਨੂੰ ਕਹਿੰਦੇ ਆ ਕਿ ਮੈਂ ਉਹਨਾਂ ਨੂੰ ਨਹੀਂ ਉਠਾ ਸਕਦੀ, ਉਹ ਆਪਣੇ ਕਿਸੇ ਸਿੱਖ ਦੀ ਮਦਦ ਕਰ ਰਹੇ ਆ, ਜਦੋਂ ਉਹ ਉਹਦੀ ਮਦਦ ਕਰ ਲੈਣਗੇ ਵਾਪਸ ਆ ਕੇ ਆਪਣੇ ਆਪੇ ਉਦੋਂ ਉੱਠ ਜਾਣਗੇ। ਤਾਂ ਮਾਤਾ ਤ੍ਰਿਪਤਾ ਜੀ ਬਹੁਤ ਗੁੱਸੇ 'ਚ ਆ ਜਾਂਦੇ ਕਿ ਕੀ ਬੋਲੀ ਜਾਂਦੀ ਆ, ਹੈ ਨਾ, ਔਰ ਉਹ ਆਪ ਜਾ ਕੇ ਉਹਨਾਂ ਨੂੰ ਉਠਾ ਦਿੰਦੇ ਆ ਕਿ ਉੱਠ ਜਾਓ। ਅਤੇ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਕਿ ਇੱਦਾਂ ਕਹਿੰਦੀ ਸੀਗੀ। ਪਾਤਸ਼ਾਹ ਕਹਿੰਦੇ ਆ ਕਿ ਇਹਦੀ ਗੱਲ ਦਾ ਯਕੀਨ ਨਾ ਕਰਿਆ ਕਰੋ, ਹੈ ਨਾ। ਉਸ ਤੋਂ ਬਾਅਦ ਤੁਲਸਾਂ ਜੋ ਹੈ ਉਹ ਬਿਲਕੁਲ ਚੁੱਪ ਹੋ ਜਾਂਦੀ ਆ, ਬਿਲਕੁਲ ਸ਼ਾਂਤ ਹੋ ਜਾਂਦੀ ਆ। ਲੋਕ ਉਹਨੂੰ ਪਾਗਲ ਵੀ ਸਮਝਣ ਲੱਗ ਜਾਂਦੇ ਆ। ਹੁਣ ਇਹ ਜੋ ਹੈ ਉਹ ਲਿਖੀਆਂ ਹੋਈਆਂ ਗੱਲਾਂ ਆ। ਮੈਨੂੰ ਨਹੀਂ ਪਤਾ ਕਿ ਇਹ ਸੱਚ ਆ, ਮੈਨੂੰ ਨਹੀਂ ਪਤਾ ਇਹ ਝੂਠ ਆ, ਕਿਉਂਕਿ ਇਹ ਲਿਖੀ ਹੋਈ ਲਿਟਰੇਚਰ ਆ ਔਰ ਆਪਾਂ ਪੜ੍ਹੀ ਆ, ਰਾਈਟ। ਨਾ ਮੈਂ ਦੇਖੀ, ਜਦ ਤੱਕ ਮੈਂ ਆਪਣੀ ਅੱਖੀਂ ਨਹੀਂ ਦੇਖੀ ਮੈਂ ਉਹਨੂੰ ਟਰੂ ਕਹਿ ਸਕਦੀ ਹਾਂ, ਨਾ ਮੈਂ ਉਹਨੂੰ ਫਾਲਸ ਕਹਿ ਸਕਦੀ ਹਾਂ। ਪਰ ਮੈਂ ਇਹਦੇ ਵਿੱਚੋਂ ਲੈਂਦੀ ਕੀ ਹਾਂ, ਮੇਰੇ ਲਈ ਇਹ ਇੰਪੋਰਟੈਂਟ ਕਿਉਂ ਆ? ਕਿਉਂਕਿ ਇਹੀ ਗੁਰੂ ਸਾਡਾ ਸਾਨੂੰ ਸਮਝਾ ਰਿਹਾ ਆ ਕਿ ਜਦੋਂ ਤੱਕ ਹਰ ਇੱਕ ਬੰਦੇ ਦਾ ਸੱਚ ਡਿਫਰੈਂਟ ਆ। ਤੁਲਸਾਂ ਨੇ ਗੁਰੂ ਨਾਨਕ ਦੇ ਪੈਰਾਂ ਨੂੰ ਹੱਥ ਲਾਇਆ ਤਾਂ ਉਹ ਰੱਬੀ ਨੂਰ ਸੀ। ਗੁਰੂ ਨਾਨਕ ਪਾਤਸ਼ਾਹ ਆਪ ਰੱਬੀ ਨੂਰ ਆ। ਤਾਂ ਜਦੋਂ ਉਹਨਾਂ ਦੇ ਸਰੀਰ ਦੇ ਨਾਲ ਕਿਸੇ ਦਾ ਕੋਈ ਟੱਚ ਹੋਊਗਾ ਤਾਂ ਉਹ ਆਪਣੇ ਆਪ ਹੀ ਉਹ ਕਿਸੇ ਨਾ ਕਿਸੇ ਹੋਰ ਦੁਨੀਆ ਵਿੱਚ ਜਾਊਗਾ, ਉਹਦੀ ਆਪਣੇ ਆਪ ਹੀ ਕੌਨਸ਼ੀਅਸਨੈਸ ਖੁੱਲੂਗੀ। ਤਾਂ ਤੁਲਸਾਂ ਨੇ ਜੋ ਗੁਰੂ ਨਾਨਕ ਦਾ ਦੇਖਿਆ ਕਿ ਹਾਂ ਵਾਕਈ ਉਹ ਕਿਸੇ ਹੋਰ ਨੂੰ ਬਚਾਉਣ ਗਿਆ ਸੀ, ਉਹ ਤੁਲਸਾਂ ਦਾ ਸੱਚ ਸੀ। ਔਰ ਮਾਤਾ ਤ੍ਰਿਪਤਾ ਜੀ ਨੂੰ ਲੱਗਿਆ ਕਿ ਇਹ ਝੂਠ ਬੋਲਦੀ ਪਈ ਆ, ਉਹ ਮਾਤਾ ਤ੍ਰਿਪਤਾ ਜੀ ਦਾ ਸੱਚ ਸੀ। ਹੁਣ ਨਾ ਤਾਂ ਤੁਲਸਾਂ ਝੂਠ ਬੋਲ ਰਹੀ ਹੈ, ਨਾ ਮਾਤਾ ਤ੍ਰਿਪਤਾ ਜੀ ਝੂਠ ਬੋਲ ਰਹੇ, ਦੋਵਾਂ 'ਚੋਂ ਕੋਈ ਵੀ ਝੂਠ ਨਹੀਂ ਬੋਲ ਰਿਹਾ। ਇਹ ਸਿਰਫ ਉਹਨਾਂ ਦੋਵਾਂ ਦੀ ਆਪਣੀ ਇੱਕ ਜਰਨੀ ਆ। ਕੌਣ ਕਿੰਨੀ ਕਿਸ ਤਰੀਕੇ ਦੀ ਜਰਨੀ ਨੂੰ ਕਵਰ ਕਰਦਾ ਆ, ਉਹ ਇਹ ਗੱਲ ਇਹ ਡਿਫਰੈਂਟ ਗੱਲ ਹੁੰਦੀ ਆ। ਹੁਣ ਗੁਰੂ ਨਾਨਕ ਪਾਤਸ਼ਾਹ ਇਹਨੂੰ ਕਿੱਦਾਂ ਟੈਕਲ ਕਰਦੇ ਆ? ਜੇ ਤਾਂ ਉਹ ਕਹਿਣ ਕਿ ਨਹੀਂ ਤੁਲਸਾਂ ਸੱਚ ਬੋਲਦੀ ਆ ਤਾਂ ਮਾਤਾ ਤ੍ਰਿਪਤਾ ਜੀ ਝੂਠੇ। ਜੇ ਉਹ ਕਹਿਣ ਕਿ ਤੁਸੀਂ ਠੀਕ ਆ ਤਾਂ ਫਿਰ ਉਹ ਝੂਠੇ। ਉਹ ਕੀ ਕਹਿੰਦੇ ਆ ਕਿ ਤੁਸੀਂ ਉਹਨਾਂ ਦੇ ਉੱਤੇ ਤੁਸੀਂ ਆਪਣਾ ਕੰਮ ਕਰੋ, ਤੁਸੀਂ ਕੋਈ ਵਿਸ਼ਵਾਸ ਨਾ ਕਰੋ। ਹੁਣ ਉਹਦਾ ਮਤਲਬ ਕੀ ਆ? ਉਹ ਤੁਲਸਾਂ ਨੂੰ ਇੱਕ ਮੱਤ ਵੀ ਸੀਗੀ ਕਿ ਜਦੋਂ ਤੁਹਾਡੀ ਜਰਨੀ ਦੇ ਵਿੱਚ ਕੁਛ ਘਟਦਾ ਆ ਨਾ ਤਾਂ ਉਹ ਲੋਕਾਂ ਨੂੰ ਦੱਸਣ ਨਾ ਜਾਓ, ਕਿਉਂਕਿ ਲੋਕਾਂ ਦੇ ਪੱਲੇ ਨਹੀਂ ਪੈਣਾ, ਸਮਝ ਨਹੀਂ ਆਉਣੀ। ਔਰ ਜਦੋਂ ਸਮਝ ਨਹੀਂ ਆਉਣੀ ਤਾਂ ਉਹਨਾਂ ਨੇ ਤੁਹਾਨੂੰ ਇਹ ਕਹਿਣਾ ਕਿ ਝੂਠੇ ਆ, ਇਹ ਗੱਪੀ ਆ। ਔਰ ਉੱਥੇ ਜਾ ਕੇ ਫਿਰ ਤੁਸੀਂ ਉਹਨਾਂ ਨੂੰ ਸੱਚ ਸਮਝਾਓਗੇ ਕਿੱਦਾਂ, ਦਿਖਾਓਗੇ ਕਿੱਦਾਂ? ਕਿਉਂਕਿ ਜਿਹੜੀਆਂ ਚੀਜ਼ਾਂ ਫਿਜ਼ੀਕਲੀ ਪ੍ਰੈਜ਼ੈਂਟ ਆ ਉਹ ਤਾਂ ਤੁਸੀਂ ਦਿਖਾ ਸਕਦੇ ਆ,
ਅੰਨਿਆਂ ਨੂੰ ਤਾਂ ਉਹ ਵੀ ਨਹੀਂ ਨਜ਼ਰ ਆਉਂਦੀਆਂ ਹੁੰਦੀਆਂ, ਬਟ ਜਿਹੜੇ ਬਿਲਕੁਲ ਜਿਹੜੇ ਆਤਮਿਕ ਤੌਰ 'ਤੇ ਅੰਨੇ ਲੋਕ ਆ, ਹੁਣ ਅੰਨਾ ਜਿਹੜਾ ਹੈ ਉਹ ਬਹੁਤ ਡੈਰੋਗੇਟਰੀ ਟਰਮ ਨਹੀਂ ਆ। ਅੰਨਾ ਸਿਰਫ ਉਸ ਬੰਦੇ ਲਈ ਇਸਤੇਮਾਲ ਹੁੰਦਾ ਜੋ ਦੇਖ ਨਾ ਸਕਦਾ ਹੋਵੇ। ਜਦੋਂ ਤੁਸੀਂ ਸਪਿਰਿਚੁਅਲੀ ਦੇਖ ਨਹੀਂ ਸਕਦੇ ਤਾਂ ਤੁਸੀਂ ਸਪਿਰਿਚੁਅਲੀ ਅੰਨੇ ਆ, ਹੈ ਨਾ। ਤਾਂ ਉਹ ਹਰ ਇੱਕ ਬੰਦੇ ਦੀ ਅਲੱਗ-ਅਲੱਗ ਜਰਨੀ ਆ। ਕਿਸੇ ਦੀ ਜਰਨੀ ਕਿੱਦਾਂ ਦੀ ਆ, ਯੂ ਨੈਵਰ ਨੋ ਉਹ ਕਦੋਂ ਦਾ ਤੁਰਿਆ ਹੋਇਆ। ਇੱਕ ਬਹੁਤ ਸੋਹਣੀ ਇੱਕ ਤੁਕ ਵੀ ਆਉਂਦੀ ਆ, ਹਵਾਇਆ ਦੂਰੋਂ ਚੱਲ ਕੇ ਮੈਂ ਤੱਕੀ ਤੁਧ ਸਰਣਾਏ ਜਿਓ, ਮੈਂ ਆਸਾ ਰੱਖੀ ਚਿੱਤ ਮੇ ਮੇਰੇ ਸੱਭੇ ਚ ਪੁਆਏ ਜਿਓ। ਉਹ ਜਿਹੜਾ ਹੈ ਉਹ ਕੀ ਆ, ਬੇਸਿਕਲੀ ਕੀ ਆ, ਹੈ ਨਾ। ਉਹ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਹੀ ਇਹ ਆ। ਹੁਣ ਇਹਦਾ ਮਤਲਬ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਨਾ, ਅਤੇ ਅਸੀਂ ਗੁਰਦੁਆਰੇ ਜਾਇਆ ਕਰਨਾ, ਸਾਨੂੰ ਜਦੋਂ ਅਸੀਂ ਕਦੀ ਵੀ ਇਹ ਸ਼ਬਦ ਸਾਡੇ ਕੰਨੀ ਪੈਣਾ, ਅਤੇ ਮੈਂ ਅਤੇ ਮੇਰੀ ਸਿਸਟਰ ਨੇ ਅਕਸਰ ਇਹ ਗੱਲ ਕਰਨੀ ਕਿ ਬਾਬਾ ਜੀ ਨੇ ਸਾਡੀ ਗੱਲ ਸੁਣ ਲਈ ਆ, ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਆਇਆ ਦੂਰੋਂ ਚੱਲ ਕੇ। ਅਸੀਂ ਦੋਨੋਂ ਬਹੁਤ ਦੂਰੋਂ ਚੱਲ ਕੇ ਆਏ ਹਾਂ, ਗੁਰੂ ਜੀ ਨੇ ਸਾਡੀ ਗੱਲ ਸੁਣ ਲਈ ਆ, ਹੁਣ ਸਾਡੀ ਗੱਲ ਪੂਰੀ ਹੋ ਜਾਣੀ ਆ। ਉਹ ਹੌਲੀ ਵਿਦ ਟਾਈਮ ਸਾਨੂੰ ਸਮਝ ਲੱਗੀ ਕਿ ਬੇਸਿਕਲੀ ਉਹਨਾਂ ਦਾ ਉਹ ਜਿਹੜਾ ਗੱਲ ਹੈ ਨਾ ਕਿ ਮੈਂ ਆਇਆ ਦੂਰੋਂ ਚੱਲ ਕੇ, ਉਹ ਦੂਰੋਂ ਚੱਲ ਕੇ ਮਤਲਬ ਕਈ ਜਨਮਾਂ ਤੋਂ ਮੈਂ ਚੱਲਿਆ ਹੋਇਆ ਆ। ਹੁਣ ਇਹ ਵੀ ਗੱਲ ਜਿਹੜੀ ਹੈਗੀ ਆ, ਕਿਉਂਕਿ ਇਹਨੂੰ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਤਾਂ ਕੁਛ ਲੋਕ ਕਹਿਣਗੇ ਝੂਠ ਆ। ਲੈਟ ਦੈਮ ਇੰਜੋਏ, ਉਹਨਾਂ ਨੂੰ ਖੁਸ਼ ਰਹਿਣ ਦਿਓ। ਤੁਹਾਨੂੰ ਲੱਗਦਾ ਇਹ ਸੱਚ ਆ, ਯੂ ਇੰਜੋਏ ਯੋਰ ਸੈਲਫ। ਸੋ ਆਪਾਂ ਜਿਹੜਾ ਇਹ ਸੱਚ ਝੂਠ ਦੇ ਚੱਕਰ 'ਚ ਪਿਆ ਹੀ ਨਾ ਕਰੀਏ। ਜਨਮ ਸਾਖੀਆਂ ਜਿਹੜੀਆਂ ਹੈ ਉਹ ਮੈਂ ਫੇਰ ਕਹੂੰਗੀ, ਡਾਕਟਰ ਹਰਪਾਲ ਸਿੰਘ ਪੰਨੂ ਹੋਣਾ ਦੀ ਜਿਹੜੀ ਵੀਡੀਓ ਆ, ਜਿਹੜਾ ਵੀ ਕੋਈ ਜਨਮ ਸਾਖੀਆਂ ਦੇ ਵਿੱਚ ਇੰਟਰਸਟਿਡ ਆ ਉਹ ਜ਼ਰੂਰ ਸੁਣੇ, ਕਿਉਂਕਿ ਉਹ ਜਿਸ ਤਰੀਕੇ ਨਾਲ ਦੱਸਦੇ ਆ ਨਾ, ਜਿਹੜੀ ਉਹ ਉਸ ਭਾਸ਼ਾ ਦੇ ਵਿੱਚ, ਉਸ ਲੈਂਗੁਏਜ, ਉਸ ਲਿਟਰਰੀ ਲੈਂਗੁਏਜ ਦੇ ਵਿੱਚ ਦੱਸਦੇ ਆ, ਤੁਹਾਨੂੰ ਹੌਲੀ ਜਿਹੜੀਆਂ ਉਹ ਪੀਸਿਸ ਆਪਣੀ ਜਗ੍ਹਾ 'ਤੇ ਜੋੜਨੇ ਸ਼ੁਰੂ ਹੋ ਜਾਂਦੇ। ਯੂ ਸਟਾਰਟ ਅੰਡਰਸਟੈਂਡਿੰਗ ਦੀ, ਸਮਝ ਲੱਗਣੀ ਸ਼ੁਰੂ ਹੋ ਜਾਂਦੀ ਆ ਕਿ ਵਾਕਈ ਉਹ ਜਿਹੜੀ ਭਾਸ਼ਾ ਹੈ, ਉਹ ਲਿਟਰਰੀ ਲੈਂਗੁਏਜ, ਕਿਉਂਕਿ ਉਹ ਗੁਰਬਾਣੀ ਦੇ ਬਹੁਤ ਕੋਲ ਹੈ, ਬਹੁਤ ਨਜ਼ਦੀਕ ਆ। ਉਸ ਲੈਂਗੁਏਜ ਵਿੱਚ ਜਨਮ ਸਾਖੀਆਂ ਸਮਝਣੀਆਂ, ਉਹਨਾਂ ਦਾ ਇੰਪੈਕਟ ਸਮਝਣਾ ਡਿਫਰੈਂਟ ਆ ਆਮ ਭਾਸ਼ਾ ਦੇ ਵਿੱਚ ਸਮਝਣ ਨਾਲੋਂ। ਠੀਕ ਹੈ ਜੀ। ਸੋ ਇਹ ਜਿਹੜੀ ਮੈਂ ਜਿਹੜਾ ਇਹ ਕੁਐਸਚਨ ਲਿਆ ਸੀਗਾ, ਬੇਸਿਕਲੀ ਇਹ ਕੁਐਸਚਨ ਮੈਂ ਸਿਰਫ ਇਸੇ ਕਰਕੇ ਹੀ ਲਿਆ ਸੀ ਤਾਂ ਕਿ ਆਪਾਂ ਇੱਕ ਗੱਲ ਦੇ ਉੱਤੇ ਆ ਜਾਈਏ ਕਿ ਕਦੀ ਵੀ, ਇੱਕ ਤਾਂ ਇਹ ਕਿ ਹਰ ਇੱਕ ਚੀਜ਼ ਨੂੰ ਅਸੀਂ ਆਪਣੀ ਸੋਚ, ਆਪਣੀ ਸਮਝ ਦੇ ਪੈਮਾਨੇ 'ਤੇ ਤੋਲਿਆ ਨਾ ਕਰੀਏ। ਇਹ ਨਾ ਸੋਚਿਆ ਕਰੀਏ ਕਿ ਹਰ ਇੱਕ ਬੰਦਾ, ਜੇ ਮੈਨੂੰ ਕੁਛ ਠੀਕ ਲੱਗ ਰਿਹਾ ਤਾਂ ਉਹੀ ਠੀਕ ਹੈ, ਜੇ ਕਿਸੇ ਨੂੰ ਕੁਛ ਠੀਕ ਲੱਗ ਰਿਹਾ ਤਾਂ ਉਹ ਠੀਕ ਹੈ। ਕਿਉਂਕਿ ਮੈਂ ਫੇਰ ਕਹਿ ਰਹੀ ਹਾਂ, ਸੱਚ ਸਭ ਦੇ ਡਿਫਰੈਂਟ ਹੁੰਦੇ ਆ। ਹਰ ਇੱਕ ਬੰਦੇ ਦਾ ਵੱਖਰਾ ਸੱਚ ਹੈ। ਅੰਗਰੇਜ਼ ਜਦੋਂ ਭਗਤ ਸਿੰਘ ਬਾਰੇ ਲਿਖਦੇ ਆ ਤਾਂ ਉਹ ਟੈਰਰਿਸਟ ਲਿਖਦੇ ਆ, ਹੈ ਨਾ। ਔਰ ਜਦੋਂ ਸਾਡੇ ਲੋਕ ਲਿਖਦੇ ਆ ਤਾਂ ਉਹ ਕੀ ਲਿਖਦੇ ਆ, ਉਹ ਲਿਖਦੇ ਆ ਕ੍ਰਾਂਤੀਕਾਰੀ। ਅੱਜ ਵੀ ਇਸ ਤਰ੍ਹਾਂ ਹੀ ਆ। ਜਿਹੜੇ ਉੱਥੇ ਫਾਰਮਰਸ ਜਿਹੜੇ ਪ੍ਰੋਟੈਸਟ ਕਰ ਰਹੇ ਆ, ਅਸੀਂ ਕਹਿ ਰਹੇ ਹਾਂ ਕਿ ਉਹ ਕ੍ਰਾਂਤੀਕਾਰੀ ਲੋਕ ਨੇ, ਅਤੇ ਸਰਕਾਰ ਕਹਿ ਰਹੀ ਹੈ ਕਿ ਇਹ ਨਕਸਲੀ ਹੈ, ਮਾਓਵਾਦੀ ਹੈ, ਖਾਲਿਸਤਾਨੀ ਹੈ। ਉਹ ਹਰ ਇੱਕ ਤਰੀਕੇ ਨਾਲ ਹੁਣ ਡੈਫੀਨੇਟਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਬਈ ਇਹ ਤਾਂ ਉਹ ਝੂਠ ਬੋਲ ਰਹੇ ਆ। ਤਾਂ ਅੰਗਰੇਜ਼ ਥੋੜ੍ਹੀ ਝੂਠ ਬੋਲਦੇ ਸੀ, ਹੈ ਨਾ। ਉਹ ਅੰਗਰੇਜ਼ਾਂ ਦਾ ਸੱਚ ਸੀ, ਇਹ ਸਰਕਾਰ ਦਾ ਸੱਚ ਹੈ। ਕੁਛ ਸਾਡਾ ਸੱਚ ਹੁੰਦਾ ਆ। ਸਰਕਾਰਾਂ ਨੇ ਜਦੋਂ ਵੀ ਆਪਣਾ ਜਿਹੜੀ ਡਿਸਕਸ਼ਨ ਆ ਕਿਸੇ ਹੋਰ ਪਾਸੇ ਨਾ ਜਾਵੇ, ਇਸ ਕਰਕੇ ਆਪਾਂ ਇਹਨੂੰ ਇੱਥੇ ਕੁ ਜੇ ਰੱਖਾਂਗੇ ਕਿ ਜਦੋਂ ਵੀ ਕਿਸੇ ਨੂੰ ਕੁਛ ਸਮਝਣਾ ਹੁੰਦਾ ਹੈ, ਹਰ ਇੱਕ ਬੰਦੇ ਦਾ ਡਿਫਰੈਂਟ ਸੱਚ ਹੁੰਦੇ ਆ। ਹਰ ਬੰਦੇ ਦਾ ਸੱਚ ਵੱਖਰਾ ਹੁੰਦਾ ਆ। ਤੁਹਾਨੂੰ ਜਿੰਨੀ ਕੁ ਸਮਝ ਆਉਂਦੀ ਆ, ਜੋ ਤੁਹਾਡਾ ਸੱਚ ਹੈ, ਤੁਸੀਂ ਉਹਦੇ ਨਾਲ ਇੰਜੋਏ ਕਰੋ, ਪਰ ਉਹਦੇ ਲਾਈਟ ਦੇ ਵਿੱਚ ਕਿਸੇ ਹੋਰ ਦੇ ਸੱਚ ਨੂੰ ਝੂਠ ਨਾ ਕਹੋ। ਹੋ ਸਕਦਾ ਹੈ ਕਿ ਉਹਦੀ ਜਰਨੀ ਤੁਹਾਡੇ ਤੋਂ ਵੱਖਰੀ ਹੋਵੇ, ਹੋ ਸਕਦਾ ਉਹਨੇ ਕੁਛ ਹੋਰ ਕੀਤਾ ਹੋਵੇ। ਮੈਂ ਅਕਸਰ ਕਵੀ ਸੰਤੋਖ ਸਿੰਘ ਹੁਣਾਂ ਦੀ ਗੱਲ ਕਰਦੀ ਹੁੰਦੀ ਹਾਂ। ਸਾਡੇ 'ਚੋਂ ਬਹੁਤੇ ਲੋਕ ਜਿਹੜੇ ਹੈਗੇ ਆ, ਉਹ ਕਵੀ ਸੰਤੋਖ ਸਿੰਘ ਦੇ ਲੈਵਲ ਦਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ। ਅਸੀਂ ਜੋ ਉਹਨਾਂ ਨੇ ਕੰਮ ਕੀਤਾ ਹੋਇਆ ਨਾ, ਜੋ ਉਹਨਾਂ ਨੇ ਲਿਖਿਆ ਹੈ, ਅਸੀਂ ਉਹਨੂੰ ਪੂਰਾ ਪੜ੍ਹ ਵੀ ਨਹੀਂ ਸਕਦੇ। ਅਸੀਂ ਉਸ ਲੈਵਲ ਦੇ ਹੋ ਕੇ ਉਹਨਾਂ ਲਿਖਣਾ ਤਾਂ ਬਹੁਤ ਦੂਰ ਦੀ ਗੱਲ ਹੈ, ਪਰ ਅਸੀਂ ਉਹਨਾਂ ਪੜ੍ਹ ਵੀ ਨਹੀਂ ਸਕਦੇ। ਪਰ ਫਿਰ ਵੀ ਅਸੀਂ ਇਸ ਲੈਵਲ ਦੇ ਨਹੀਂ ਕਿ ਉਹਨਾਂ ਦਾ ਪੂਰਾ ਸਾਰਾ ਕੁਛ ਜੋ ਵੀ ਉਹਨਾਂ ਲਿਖਿਆ ਉਹ ਵਰਡ ਟੂ ਵਰਡ ਪੜ੍ਹ ਲਈਏ। ਸਟਿਲ ਅਸੀਂ ਇੰਨੀ ਹਿੰਮਤ ਰੱਖਦੇ ਹਾਂ ਕਹਿਣ ਦੀ ਕਿ ਉਹ ਤਾਂ ਜੀ ਇੰਝ ਸੀ, ਉਹ ਤਾਂ ਪਤਾ ਨਹੀਂ ਕਿਹੜੇ ਡੈਰੋਗੇਟਰੀ ਵਰਡਸ ਉਹਨਾਂ ਨਾਲ ਆਪਾਂ ਇਸਤੇਮਾਲ ਕਰਦੇ ਹਾਂ। ਇਹ ਸਾਡੀ ਹਿੰਮਤ ਆ, ਹੈ ਨਾ, ਕਿ ਜਿਹੜਾ ਆਪ ਨਿਕੰਮਾ ਉਹਨੂੰ ਸਾਰੀ ਦੁਨੀਆ ਨਿਕੰਮੀ ਲੱਗਦੀ ਹੈ। ਤਾਂ ਆਪਾਂ ਇਹੋ ਜਿਹੇ ਚੱਕਰਾਂ 'ਚ ਨਾ ਪਈਏ। ਇਹ ਜਿਹੜਾ ਸਵਾਲ ਮੈਂ ਲਿਆ ਸੀਗਾ ਜਨਮ ਸਾਖੀ ਦਾ, ਮੈਨੂੰ ਪਤਾ ਸੀ, ਔਰ ਇਹ ਮੈਂ ਬਲਵਿੰਦਰ ਸਿੰਘ ਹੁਣਾਂ ਨੂੰ ਲਿਖ ਕੇ ਸਿੱਧਾ ਭੇਜ ਸਕਦੀ ਸੀਗੀ ਕਿ ਨਹੀਂ ਦੇਖੋ, ਮੈਂ ਜਨਮ ਸਾਖੀ ਤੁਹਾਨੂੰ ਸੁਣਾ ਨਹੀਂ ਸਕਦੀ ਕਿਉਂਕਿ ਉਹ ਲੈਂਗੁਏਜ ਵਿੱਚ ਨਹੀਂ ਮੈਂ ਸੁਣਾ ਸਕਦੀ। ਪਰ ਮੈਂ ਇਹਨੂੰ ਅੱਜ ਇਸ ਮੰਚ ਦੇ ਉੱਤੇ ਲੈ ਕੇ ਆਉਂਦਾ, ਮੇਰਾ ਇੱਕੋ ਹੀ ਕਾਰਨ ਸੀਗਾ ਕਿ ਅਗਰ ਤੁਸੀਂ ਜਨਮ ਸਾਖੀਆਂ ਵਾਕਈ ਹੀ ਉਹਨਾਂ ਨੂੰ ਸਮਝਣਾ ਪਿਆਰ ਨਾਲ, ਤਾਂ ਤੁਸੀਂ ਉਹਨਾਂ ਨੂੰ ਪੜ੍ਹੋ। ਔਰ ਉਸ ਨੂੰ ਪੜ੍ਹਨ ਦੇ ਵਿੱਚ ਆਪ ਪੜ੍ਹੋ, ਪੜ੍ਹ ਕੇ
मैं ये भी नहीं कह रही कि हर सारी ਦੀ ਸਾਰੀ ਚੀਜ਼ ਦੇ ਉੱਪਰ ਯਕੀਨ ਕਰ ਲਓ। ਡੈਫੀਨੇਟਲੀ ਜਦੋਂ ਇੱਕ ਅਸੀਂ ਜਦੋਂ ਇੱਕ ਗੇਮ ਵੀ ਹੁੰਦੀ ਆ ਹੈ ਨਾ, ਜਿਹੜਾ ਵਿਸਪਰ ਕਰਦੇ ਹੁੰਦੇ ਆ ਇੱਕ ਦੂਜੇ ਦੇ ਕੰਨ ਦੇ ਵਿੱਚ, ਅਤੇ ਇੱਕ ਚੋਂ ਕੰਨ ਚੋਂ ਦੂਜੇ ਦੇ ਤੀਜੇ 'ਤੇ ਫਿਰ ਜਾਂਦੇ ਜਾਂਦੇ ਕੁਛ ਹੋਰ ਹੀ ਬਣ ਜਾਂਦਾ ਹੁੰਦਾ। ਤਾਂ ਡੈਫੀਨੇਟਲੀ ਇਹਨਾਂ ਜਿਹੜੀਆਂ ਜਨਮ ਸਾਖੀਆਂ ਵਿੱਚ ਬਹੁਤ ਸਾਰਾ ਮਿਲਾਵਟ ਹੋਊਗੀ, ਪਰ ਆਪਣਾ ਜਿਹੜੇ ਸਾਡੇ ਕੋਲ ਇੱਕ ਪੈਰਾਮੀਟਰ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜਿਹੜੀ ਸਾਖੀ ਫਿੱਟ ਬੈਠਦੀ ਆ ਆਪਾਂ ਉਹਨੂੰ ਲੈ ਲਈਏ, ਬਾਕੀਆਂ ਨੂੰ ਆਪਾਂ ਮਾਈਨਸ ਕਰ ਦਈਏ। ਦੈਟ ਇਜ਼ ਇਟ। ਇੰਨਾ ਕੀ ਆਪਾਂ ਕਰਨਾ ਆ। ਗੁਰੂ ਪਾਤਸ਼ਾਹ ਅਗਰ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਕਿ ਜਿਹੜੀ ਸੂਖਸ਼ਮ ਸਰੀਰ ਹੈ ਜੋ ਤੁਹਾਡਾ, ਜਿਹਨੂੰ ਆਪਾਂ ਐਸਟਰਲ ਬੋਡੀ ਕਹਿ ਦਿੰਦੇ ਆ, ਉਹ ਐਸਟਰਲ ਟਰੈਵਲ ਕਰ ਸਕਦਾ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਤਾਂ ਆਪਾਂ ਇਹ ਮੰਨ ਲਈਏ ਕਿ ਤੁਲਸਾ ਨੇ ਦੇਖਿਆ ਹੋਊਗਾ। ਅਤੇ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਜਦ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਹੁੰਦਾ ਆ, ਤਾਂ ਫਿਰ ਆਪਾਂ ਮੰਨ ਲਈਏ ਕਿ ਉਹਨੇ ਨਹੀਂ ਦੇਖਿਆ ਹੋਊਗਾ। ਸੋ ਸਾਡੇ ਕੋਲ ਇੱਕ ਪੈਰਾਮੀਟਰ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਚਾਹੇ ਉਹ ਜਨਮ ਸਾਖੀਆਂ ਹੋਣ, ਚਾਹੇ ਉਹ ਜਨਮ ਸਾਖੀਆਂ ਨਾ ਹੋਣ, ਕੋਈ ਹੋਰ ਲਿਟਰੇਚਰ ਹੋਵੇ, ਜਦੋਂ ਵੀ ਅਸੀਂ ਉਹਦੇ ਵਿੱਚੋਂ ਜੋ ਵੀ ਲੈਣ ਦੀ ਗੱਲ ਕਰਦੇ ਹਾਂ, ਮੰਨਣ ਦੀ ਗੱਲ ਕਰਦੇ ਹਾਂ, ਤਾਂ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੈਰਾਮੀਟਰ ਦੇ ਉੱਤੇ ਰੱਖ ਕੇ ਚੱਲਾਂਗੇ। ਅਗਲਾ ਸਵਾਲ ਜਿਹੜਾ ਹੈ ਉਹ ਹੈ, ਹਾਂ, ਉਹ ਮੈਨੂੰ ਕਿਸੇ ਨੇ, ਉਹਨਾਂ ਨੇ ਨਾਮ ਨਹੀਂ ਲਿਖਿਆ, ਪਰ ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਡੀ 8ਵੀਂ ਵੀਡੀਓ ਸੀਗੀ, ਬਹੁਤ ਪੁਰਾਣਾ ਕੁਐਸਚਨ ਹੋ ਗਿਆ, ਉਹਦੇ ਵਿੱਚ ਤੁਸੀਂ ਇੰਗਲਿਸ਼ ਬਹੁਤ ਯੂਜ਼ ਕੀਤੀ ਆ। ਤਾਂ ਵੀਰ ਜੀ, ਭੈਣ ਜੀ, ਜਿਨ੍ਹਾਂ ਨੇ ਵੀ ਲਿਖਿਆ ਆ, ਉਹ ਵਾਲਾ ਸੀਗਾ ਜਿਹਦੇ ਵਿੱਚ ਮੈਂ ਇੱਕ ਓਂਕਾਰ ਦੀ ਗੱਲ ਕਰ ਰਹੀ ਸੀਗੀ ਵੀਡੀਓ। ਸ਼ਾਇਦ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੁਛ ਚੀਜ਼ਾਂ ਨੂੰ ਸਮਝਾਉਣ ਨੂੰ ਜਿਹੜੇ ਤੁਹਾਨੂੰ ਬੁੱਕਸ ਦੇ ਹਵਾਲੇ ਦੇਣੇ ਪੈਂਦੇ ਆ ਨਾ, ਉਹ ਅੰਗਰੇਜ਼ੀ 'ਚ ਹੀ ਹੁੰਦੀਆਂ ਆ। ਅਤੇ ਹੁਣ ਉਹ ਮੇਰਾ ਕਸੂਰ ਨਹੀਂ ਆ ਕਿ ਉਹਨਾਂ ਦੇ ਨਾਮ ਇੰਗਲਿਸ਼ ਵਿੱਚ ਆ, ਤਾਂ ਮੈਨੂੰ ਇੰਗਲਿਸ਼ ਵਿੱਚ ਹੀ ਬੋਲਣਾ ਪਊਗਾ, ਹੈ ਨਾ, ਕਿਉਂਕਿ ਉਹ ਨਾਮ ਮੈਂ ਬਾਕੀ ਸਾਰਾ ਕੁਛ ਟਰਾਂਸਲੇਟ ਕਰ ਸਕਦੀ ਹਾਂ, ਬਟ ਨਾਮ ਟਰਾਂਸਲੇਟ ਨਹੀਂ ਕਰ ਸਕਦੀ। ਔਰ ਕਿਉਂਕਿ ਇੱਕ ਓਂਕਾਰ ਦੀ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਤਾਂ ਆਪਾਂ ਬਹੁਤ ਸਾਰਾ ਕੁਛ ਐਸੇ ਲੌਜ਼ ਦੀ ਗੱਲ ਕੀਤੀ ਸੀਗੀ, ਜਿਹੜੇ ਸਾਇੰਟੀਫਿਕ ਲੌਜ਼ ਦੀ ਗੱਲ ਕੀਤੀ ਸੀ। ਤਾਂ ਹੁਣ ਸਾਇੰਟੀਫਿਕ ਲੌਜ਼, ਜਿਹੜਾ ਹੁਣ ਨਿਊਟਨ ਦਾ ਅਗਰ ਕੋਈ ਲੌ ਹੈ ਤਾਂ ਫਿਰ ਮੈਂ ਉਹਨੂੰ ਨਿਊਟਨ ਦੇ ਵਰਡਸ ਵਿੱਚ ਹੀ ਕਹੂੰਗੀ ਨਾ, ਮੈਂ ਉਹਦਾ, ਕਿਉਂਕਿ ਮੈਂ ਉਹਦਾ ਫਿਰ ਉਹਨੂੰ ਟਰਾਂਸਲੇਟ ਕਰਕੇ ਨਹੀਂ ਕਹੂੰਗੀ। ਤਾਂ ਉਹ ਲੌਜ਼ ਦੇ ਨਾਮ ਜ਼ਰੂਰ ਮੈਂ ਇੰਗਲਿਸ਼ 'ਚ ਬੋਲੇ ਸੀ, ਕਿ ਬਾਕੀ ਫਿਰ ਵੀ ਮੈਂ ਇੱਕ ਵਾਰੀ ਅਗੈਨ ਗੋ ਥਰੂ ਇਟ, ਮੈਂ ਫਿਰ ਜਾਊਂਗੀ, ਦੇਖੂੰਗੀ, ਅਗਰ ਉਹਦੇ 'ਚ ਕੁਛ ਵੀ ਮੈਨੂੰ ਲੱਗਾ ਤਾਂ ਮੈਂ ਡੈਫੀਨੇਟਲੀ ਅੱਗੇ ਤੋਂ ਉਹਨੂੰ ਠੀਕ ਰੱਖੂੰਗੀ। ਅਗਲਾ ਸਵਾਲ ਜਿਹੜਾ ਹੈ ਉਹ ਕਸ਼ਮੀਰ ਜਾਂਗਰਾ ਜੀ ਲਿਖਦੇ ਨੇ, ਬੜਾ ਇੰਟਰਸਟਿੰਗ ਕੁਐਸਚਨ ਹੈ। ਉਹ ਕਹਿੰਦੇ ਨੇ ਕਿ I heard in one of your talks that you only believe in Guru Granth Sahib Ji. I totally agree with that. I am very confused why then is Jaap Sahib in our Nitnem, which is not in Guru Granth Sahib Ji. So ਬਹੁਤ ਇੰਟਰਸਟਿੰਗ ਕੁਐਸਚਨ। ਉਹ ਕਹਿੰਦੇ ਨੇ ਕਿ ਮੈਂ ਤੁਹਾਡੇ ਟਾਕਸ ਵਿੱਚ ਸੁਣਿਆ ਆ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਮੰਨਦੀ ਹਾਂ, ਪਰ ਫਿਰ ਮੈਂ ਕਨਫਿਊਜ਼ ਹਾਂ ਕਿ ਜਿਹੜਾ ਜਾਪ ਸਾਹਿਬ ਉਹ ਸਾਡੇ ਨਿਤਨੇਮ ਦਾ ਹਿੱਸਾ ਤਾਂ ਹੈਗਾ, ਬਟ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਹੈ ਨਹੀਂ, ਤਾਂ ਫਿਰ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਦੇਖਦੇ ਆ। ਵੈਰੀ ਇੰਟਰਸਟਿੰਗ ਕੁਐਸਚਨ। ਦੇਖੋ, ਜਿਹੜਾ ਸਾਡਾ ਨਿਤਨੇਮ ਹੈ ਨਾ, ਉਹ ਸਾਡਾ ਗੁਰੂ ਨਹੀਂ ਹੈ। ਇਹਨੂੰ ਆਪਾਂ ਇੱਕ ਦੇਖ ਲਈਏ। ਜਦੋਂ ਮੈਂ ਇਹ ਗੱਲ ਕਹਿੰਦੀ ਹਾਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੀ, ਤਾਂ ਉਸ ਦਾ ਮਤਲਬ ਹੈ ਕਿ ਮੇਰਾ ਗੁਰੂ ਇੱਕ ਹੀ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਨ ਟੋਟੈਲਿਟੀ ਮੇਰੇ ਗੁਰੂ ਹੈ। ਇਹ ਗੱਲ ਨੂੰ ਆਪਾਂ ਸਮਝ ਲਈਏ। ਜਪਜੀ ਸਾਹਿਬ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪਰ ਜਦੋਂ ਜਪਜੀ ਸਾਹਿਬ ਇੱਕ ਗੁਟਕੇ ਦੇ ਵਿੱਚ ਆਪਾਂ ਉਹਨਾਂ ਨੂੰ ਗੁਟਕਾ ਸਾਹਿਬ ਦੇ ਵਿੱਚ ਹੈ, ਤਾਂ ਉਹ ਮੇਰੇ ਗੁਰੂ ਨਹੀਂ ਹੋ ਜਾਂਦੇ। ਮੈਂ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕੂੰਗੀ। ਹਾਂ, ਬੇਸ਼ੱਕ ਮੈਨੂੰ, ਕਿਉਂਕਿ ਮੈਨੂੰ ਬਾਣੀ ਨਾਲ ਪਿਆਰ ਹੈ, ਮੈਨੂੰ ਬਾਣੀ ਨਾਲ ਮੋਹ ਹੈ, ਅਤੇ ਜਿੱਥੇ ਵੀ ਬਾਣੀ ਲਿਖੀ ਹੁੰਦੀ ਆ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਹੋ ਜਾਂਦਾ ਆ। ਤਾਂ ਮੈਂ ਉਹਨਾਂ ਨੂੰ ਅੱਖਾਂ ਨਾਲ ਜ਼ਰੂਰ ਲਾਉਂਦੀ ਹਾਂ, ਮੱਥੇ ਨਾਲ ਜ਼ਰੂਰ ਲਾਉਂਦੀ ਹਾਂ, ਕਿਉਂਕਿ ਪੂਰਾ ਜਿਹੜਾ ਸਾਡੇ ਸਰੀਰ ਦੇ ਜਿੰਨੇ ਵੀ ਕੋਟ ਹੁੰਦੇ ਆ, ਜਿੰਨੇ ਵੀ ਸਾਡੇ ਸਰੀਰ ਦੇ ਟੋਟੇ ਹੁੰਦੇ ਆ, ਹੈ ਨਾ, ਅਗਰ ਹਰ ਇੱਕ ਮੇਰਾ ਪੋਟਾ ਵੀ ਗੁਰੂ ਪਾਤਸ਼ਾਹ ਦੀ ਬਾਣੀ ਦੇ ਸਾਹਮਣੇ ਨਤਮਸਤਕ ਹੋਵੇ ਤਾਂ ਘੱਟ ਆ। ਇਸ ਕਰਕੇ ਜਪਜੀ ਸਾਹਿਬ ਨੂੰ ਬੇਸ਼ੱਕ ਜਦੋਂ ਗੁਟਕਾ ਸਾਹਿਬ ਮੈਂ ਜਪਜੀ ਸਾਹਿਬ ਕਰਾਂ, ਪਾਠ ਕਰਾਂ, ਤਾਂ ਉਸ ਤੋਂ ਬਾਅਦ ਮੈਂ ਮੱਥੇ ਨੂੰ ਜ਼ਰੂਰ ਲਾਉਂਦੀ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਨੂੰ ਗੁਰੂ ਕਹਿ ਰਹੀ ਹਾਂ। ਮੇਰਾ ਗੁਰੂ ਟੋਟੈਲਿਟੀ ਦੇ ਵਿੱਚ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੰਪਲੀਟ ਬਾਣੀ ਮੇਰੀ ਗੁਰੂ ਆ, ਹੈ ਨਾ। ਤਾਂ ਉਹ ਇਹ ਗੱਲ ਹੋ ਗਈ। ਗੁਰੂ ਕੌਣ ਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਆ। ਪਰ ਜਿਹੜਾ ਨਿਤਨੇਮ ਹੈ ਨਾ, ਉਹ ਸਾਡਾ ਇੱਕ ਰੋਜ਼ ਦਾ ਅਭਿਆਸ ਹੈ। ਨਿਤਨੇਮ ਦੇ ਵਿੱਚ ਆਪਾਂ ਕਿਤੇ ਵੀ ਇਹ ਨਹੀਂ ਕਹਿੰਦੇ ਵੀ ਇਹ ਗੁਰੂ ਹੈ। ਨਿਤਨੇਮ ਨੂੰ ਅਸੀਂ ਕਦੀ ਕਿਹਾ ਹੀ ਨਹੀਂ, ਕੋਈ ਵੀ ਨਹੀਂ ਕਹਿੰਦਾ ਗੁਰੂ। ਹਾਂ, ਅਗਲੀ ਗੱਲ ਹੈ ਕਿ ਹੁਣ ਇਹ ਅਗਰ ਇਹ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਤਾਂ ਨਿਤਨੇਮ ਦੇ ਵਿੱਚ ਕਿਉਂ ਆ? ਇੱਕ ਆਹ ਛੋਟੀ ਜਿਹੀ ਬੁੱਕਲੇਟ ਆ, ਇਹ ਮੈਂ ਸੰਗਤਾਂ ਨੂੰ ਦਿਖਾਉਣਾ ਚਾਹੁੰਦੀ ਹਾਂ। ਇਹ ਕਿਤਾਬ ਹੈ ਸਿੱਖ ਰਹਿਤ ਮਰਿਆਦਾ, ਬਹੁਤ ਪਤਲੀ ਜੀ, ਬਹੁਤ ਛੋਟੀ ਜਿਹੀ ਬੁੱਕਲੇਟ ਹੈ।
ਇਹ ਮੈਨੂੰ ਲੱਗਦਾ ਕਿ ਸਾਡੇ ਹਰ ਇੱਕ ਘਰ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ। ਜਿੱਥੇ ਵੀ ਅਸੀਂ ਹੋਈਏ, ਔਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਛਾਪੀ ਗਈ ਆ। ਇਹ ਕਿਤਾਬ ਹਰ ਇੱਕ ਘਰ ਦੇ ਵਿੱਚ ਰਿਲੀਜੀਅਸਲੀ ਹੋਣੀ ਚਾਹੀਦੀ ਆ। ਤੁਸੀਂ ਇਹਦੇ ਨਾਲ ਬਹੁਤ ਸਾਰੇ ਲੋਕ ਕਹਿਣਗੇ ਅਸੀਂ ਇਹਨਾਂ 'ਚੋਂ ਚੀਜ਼ਾਂ ਨਹੀਂ ਮੰਨਦੇ ਜੀ, ਨਾ ਮੰਨੋ, ਇਟਸ ਓਕੇ, ਪਰ ਇਹ ਹੋਣੀ ਬਹੁਤ ਜ਼ਰੂਰੀ ਆ। ਕਿ ਜਿਵੇਂ ਸਾਡੇ ਘਰ 'ਚ ਡਿਕਸ਼ਨਰੀ ਹੁੰਦੀ ਆ, ਜਿਵੇਂ ਸਾਡੇ ਘਰ ਦੇ ਵਿੱਚ ਡਾਇਰੈਕਟਰੀ ਵੀ ਹੁੰਦੀ ਆ, ਇਸ ਤਰੀਕੇ ਨਾਲ ਇਹ ਕਿਤਾਬ ਹੋਣੀ ਬਹੁਤ ਜ਼ਰੂਰੀ ਆ। ਕਿਉਂ ਹੋਣੀ ਜ਼ਰੂਰੀ ਹੈ? ਦੇਖੋ, ਇਹਦੇ ਵਿੱਚ ਜਿਹੜੇ ਜਦੋਂ ਆਪਾਂ ਇਹਨੂੰ ਸ਼ੁਰੂ ਦੇਖਦੇ ਹਾਂ ਨਾ, ਤਾਂ ਪਹਿਲੇ ਪੰਨਿਆਂ ਦੇ ਵਿੱਚ ਹੀ ਸਿੱਖ ਰਹਿਤ ਮਰਿਆਦਾ ਬਾਰੇ, ਜਿਸ ਤਰੀਕੇ ਨਾਲ ਸਿੱਖ ਰਹਿਤ ਮਰਿਆਦਾ ਹੋਂਦ ਵਿੱਚ ਆਈ, ਉਹਦਾ ਸਾਰਾ ਕੁਛ ਦੱਸਿਆ ਹੋਇਆ। ਪ੍ਰਵਾਨਗੀ ਕਿੱਦਾਂ ਹੋਈ, ਕੀ ਬਣਿਆ। ਉਸ ਤੋਂ ਬਾਅਦ ਰਿਪੋਰਟ ਰਹੁ ਰੀਤ ਸਬ ਕਮੇਟੀ, ਉਹਨਾਂ ਨੇ ਆਪਣੀ ਇੱਕ ਪ੍ਰੋਪਰ ਰਿਪੋਰਟ ਛਾਪੀ ਹੈ, ਜਿਹਦੇ ਵਿੱਚ 25 ਬੰਦਿਆਂ ਦਾ, 25 ਗੁਰਸਿੱਖਾਂ ਦਾ ਨਾਮ ਹੈ। ਉਸ ਤੋਂ ਆਪਾਂ ਅਗਲੇ ਜਾਈਏ ਤਾਂ ਇਹਦੇ ਵਿੱਚ ਖਰੜੇ ਸੰਬੰਧੀ ਜਿਹੜੀਆਂ, ਜਿਨ੍ਹਾਂ ਨੇ ਵੀ ਰਾਵਾਂ ਆਪਣੀਆਂ, ਜੋ ਰਹਿਤ ਮਰਿਆਦਾ ਦਾ ਖਰੜਾ ਛਪਣਾ ਸੀ, ਉਹਦੀਆਂ ਆਪਣੀਆਂ ਜਿੰਨੇ ਵੀ ਰਾਏ ਦੇਣੀ ਸੀ ਆਪਣੀ, ਉਹ ਰਾਵਾਂ ਭੇਜਣ ਵਾਲੇ ਜਿਹੜੇ ਨੇ, ਉਹਨਾਂ ਦੀਆਂ ਦੀ ਲਿਸਟ, ਇਹ ਪੂਰੇ 50 ਬੰਦੇ ਨੇ, 50 ਗੁਰਸਿੱਖ ਨੇ। ਔਰ ਅਗਲੇ ਪਾਸੇ ਜਿਹੜੀ ਹੈਗੀ ਆ, ਉਹ ਉਹਨਾਂ ਪੰਥਕ ਜਥਿਆਂ ਦਾ ਨਾਮ ਦਿੱਤਾ ਗਿਆ ਹੈ, ਜਿਨ੍ਹਾਂ ਨੇ ਆਪਣੀਆਂ ਰਾਏ ਭੇਜੀਆਂ, ਜਿਨ੍ਹਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਅੰਮ੍ਰਿਤਸਰ, ਖਾਲਸਾ ਕਮੇਟੀ, ਸਾਰਿਆਂ ਦਾ ਇਹਦੇ ਵਿੱਚ ਨਾਮ ਹੈ। ਤਕਰੀਬਨ 21 ਜਥੇਬੰਦੀਆਂ ਦੇ ਨਾਮ ਇਹਨਾਂ ਵਿੱਚ ਹੈਗੇ ਆ। ਹੁਣ ਕੱਲੀ ਕਿਰਨਪ੍ਰੀਤ ਕੌਰ ਇਹਨਾਂ 21 ਜਥੇਬੰਦੀਆਂ ਤੋਂ ਉੱਪਰ ਨਹੀਂ ਹੋ ਸਕਦੀ। ਕੱਲੀ ਕਿਰਨਪ੍ਰੀਤ ਕੌਰ, ਮੇਰਾ ਦਿਮਾਗ ਇੰਨਾ ਵੱਡਾ ਨਹੀਂ ਹੋ ਸਕਦਾ ਕਿ ਜਿਹੜੇ 50 ਜਿਹੜੇ ਹੈਗੇ ਆ ਉਹ ਪੰਥਕ ਚਿਹਰੇ ਜਾਂ ਸਿੱਖ ਬੁੱਧੀਜੀਵ, ਮੈਂ ਉਹਨਾਂ ਸਾਰਿਆਂ ਤੋਂ ਵੱਡੀ ਨਹੀਂ ਹੋ ਸਕਦੀ, ਹੈ ਨਾ। ਔਰ ਉਹਨਾਂ ਨੇ ਸਿੱਖ ਰਹਿਤ ਮਰਿਆਦਾ, ਇਹ ਜਿਹੜੀ ਸਿੱਖ ਰਹਿਤ ਮਰਿਆਦਾ 1932 ਵਾਲੀ, ਉਦੋਂ ਇਹ ਸਿੱਖ ਰਹਿਤ ਮਰਿਆਦਾ ਸਾਡੀ ਬਣਾਈ ਗਈ ਸੀਗੀ, ਹੈ ਨਾ। ਔਰ ਬੜਾ ਕਲੀਅਰ ਦੱਸਿਆ ਹੈ ਕਿ ਸਾਖੀ ਰਹਿਣੀ, ਸਭ ਤੋਂ ਪਹਿਲਾਂ ਤਾਂ ਸਿੱਖ ਦੀ ਜਿਹੜੀ ਆ ਤਾਰੀਫ ਕੀ ਆ, ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਕਿ ਕਿਆ ਆਪਾਂ ਇਸ ਡੈਫੀਨੇਸ਼ਨ ਦੇ ਉੱਪਰ ਪੂਰੇ ਉਤਰਦੇ ਹਾਂ। ਜੇ ਹਾਂ ਤਾਂ ਫਿਰ ਆਪਾਂ ਅੱਗੇ ਚੱਲੀਏ, ਫਿਰ ਆਪਾਂ ਅੱਗੇ ਸਵਾਲ ਜਵਾਬ ਕਰਨ ਦੇ ਲਈ ਐਲੀਜੀਬਲ ਹੈਗੇ ਹਾਂ। ਹੁਣ ਉਹਦੇ ਵਿੱਚ ਸਾਖੀ ਰਹਿਣੀ ਤੇ ਪੰਥਕ ਰਹਿਣੀ, ਦੋ ਤਰ੍ਹਾਂ ਦੀਆਂ ਰਹਿਣੀਆਂ ਦੀ ਗੱਲ ਕੀਤੀ ਗਈ ਹੈ ਇਸੇ ਬੁਕਲੈਟ ਦੇ ਵਿੱਚ। ਸਾਖੀ ਰਹਿਣੀ ਦੇ ਵਿੱਚ ਜਿਹੜਾ ਹੈ, ਉਹਨਾਂ ਨੇ ਕਿਹਾ ਨਾਮ ਬਾਣੀ ਦਾ ਅਭਿਆਸ। ਅਤੇ ਜਦੋਂ ਨਾਮ ਬਾਣੀ ਦੇ ਅਭਿਆਸ ਦੇ ਵਿੱਚ ਬਕਾਇਦਾ ਜਿਹੜੀ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਹੈ, ਤਾਂ ਉਹਦੇ ਵਿੱਚ ਜਪ, ਜਾਪ ਅਤੇ ਸਵਈਏ, ਇਹਦਾ ਜ਼ਿਕਰ ਆਉਂਦਾ ਆ। ਸੋਦਰ ਰਹਿਰਾਸ ਉਹ ਬਾਅਦ ਦੀ ਆ, ਬਟ ਇਹ ਜਿਹੜਾ ਆਪਣਾ ਜ਼ਿਕਰ ਆਉਂਦਾ ਆ। ਹੁਣ ਜਦੋਂ ਸਾਡੇ ਕੋਲ ਇੱਕ ਪ੍ਰਬੰਧਕ ਕਮੇਟੀ ਅਸੀਂ ਬਣਾਈ ਹੋਈ ਆ, ਸਾਡੇ ਕੋਲ ਸਾਡੇ ਸਿੱਖ ਚਿਹਰੇ ਹੈ, ਜਿਨ੍ਹਾਂ ਨੇ ਸਾਡੀ ਜਿਹੜੀ ਰਹਿਤ ਮਰਿਆਦਾ ਆ ਉਹ ਕਾਇਮ ਕਰਨੀ ਆ। ਜਦੋਂ ਇੱਕ ਡਿਸਿਪਲਿਨ ਸਾਡੇ ਕੋਲ ਬਣ ਗਿਆ, ਤਾਂ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਹਦੇ 'ਤੇ ਕਿੰਤੂ ਪਰੰਤੂ ਕਰਨਾ ਚਾਹੀਦਾ। ਹੁਣ ਇਹਦੇ ਵਿੱਚ ਜਿਹੜਾ ਹੈ, ਸਿੱਖ ਰਹਿਤ ਮਰਿਆਦਾ ਵਿੱਚ ਸਾਨੂੰ ਦੱਸਿਆ ਗਿਆ ਆ ਕਿ ਜਾਪ ਸਾਹਿਬ ਸਾਡੀ ਨਿਤਨੇਮ ਦੀ ਬਾਣੀ ਹੈ, ਤਾਂ ਮੇਰੇ ਕੋਲ ਕੁਐਸਚਨ ਕਰਨ ਲਈ ਕੁਛ ਨਹੀਂ ਰਹਿ ਜਾਂਦਾ। ਅਗਲੀ ਗੱਲ ਜਿਹੜੀ ਇੰਪੋਰਟੈਂਟ ਆ, ਉਹ ਇਹ ਆ, ਮੈਂ ਸਵਾਲ ਕਰਾਂ ਤਾਂ ਕਰਾਂ ਵੀ ਕਿਉਂ? ਜੇ ਤਾਂ ਜਾਪ ਸਾਹਿਬ ਦੇ ਵਿੱਚ ਇੱਕ ਵੀ ਅੱਖਰ ਜਾਂ ਇੱਕ ਵੀ ਲਾਈਨ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਵਿਪਰੀਤ ਹੋਵੇ, ਗੁਰੂ ਗ੍ਰੰਥ ਸਾਹਿਬ ਤੋਂ ਓਪੋਜ਼ਿਟ ਚੱਲਦੀ ਹੋਵੇ, ਤਾਂ ਮੈਂ ਕਹਾਂ ਬਈ ਇਹ ਤਾਂ ਗਲਤ ਆ, ਹੈ ਨਾ। ਚੱਕਰ ਚਿਹਨ ਅਰ ਬਰਨ ਜਾਤ ਇੱਥੋਂ ਸ਼ੁਰੂ ਹੁੰਦਾ ਨਾ। ਹੁਣ ਉਹ ਚੱਕਰ ਚਿਹਨ ਅਰ ਬਰਨ ਜਾਤ, ਨਾ ਉਹਦਾ ਚੱਕਰ ਆ, ਨਾ ਚਿੰਨ੍ਹ ਆ, ਨਾ ਬਰਨ ਆ, ਨਾ ਉਹਦੀ ਕੋਈ ਜਾਤ ਹੈ, ਕੋਈ ਨਹੀਂ ਕਹਿ ਸਕਦਾ। ਇਹੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਹੈ ਨਾ। ਤੋ ਜਾਪ ਸਾਹਿਬ ਦੇ ਵਿੱਚ ਜਾਪ ਸਾਹਿਬ ਦੇ ਵਿੱਚ ਆਪਾਂ ਸਾਰੀ ਇੱਕ ਅਭਿਆਸ ਕਰੀਏ, ਜਾਪ ਸਾਹਿਬ ਨੂੰ ਵਰਡ ਟੂ ਵਰਡ ਪੜ੍ਹਨਾ ਸ਼ੁਰੂ ਕਰੀਏ, ਵਰਡ ਟੂ ਵਰਡ, ਔਰ ਆਪਾਂ ਇਹ ਦੇਖੀਏ ਕਿ ਉਹਦੇ ਵਿੱਚੋਂ ਕਿਹੜਾ ਐਸਾ ਵਰਡ ਹੈ ਜੋ ਤੁਹਾਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਪਰੀਤ ਚੱਲ ਰਿਹਾ ਹੈ। ਜੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿਪਰੀਤ ਚੱਲ ਰਿਹਾ ਹੈ ਕੋਈ ਵਰਡ, ਫਿਰ ਆਪਾਂ ਇਸ ਤਰ੍ਹਾਂ ਕਰਾਂਗੇ ਕਿ ਸਾਰੇ ਇਕੱਠੇ ਹੋ ਕੇ ਇੱਕ ਚਿੱਠੀ ਲਿਖਦੇ ਹਾਂ, ਔਰ ਲਿਖ ਕੇ ਆਪਾਂ ਬਕਾਇਦਾ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਾਂ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜੀ ਆਹ ਸਾਡੇ ਜਿਹੜੇ ਅੱਖਰ ਹੈਗੇ ਆ, ਜਾਂ ਇਹ ਬਾਣੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਪਰੀਤ ਚੱਲ ਰਹੀ ਆ, ਤਾਂ ਫਿਰ ਆਪਾਂ ਉਹਨਾਂ ਨੂੰ ਕੋਈ ਬੇਨਤੀ ਕਰ ਸਕਦੇ ਹਾਂ। ਪਰ ਜਿੰਨਾ ਮੈਂ ਜਾਪ ਸਾਹਿਬ ਪੜ੍ਹਿਆ, ਮੇਰੇ ਹਿਸਾਬ ਨਾਲ ਤਾਂ ਇੱਕ ਵੀ ਅੱਖਰ ਜੋ ਹੈ ਉਹ
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮਹਾਰਾਜ ਦੇ ਅਗੇਂਸਟ ਨਹੀਂ ਚੱਲਦਾ। ਹੁਣ ਪ੍ਰੋਬਲਮ ਕੀ ਹੈ, ਤੁਸੀਂ ਸਿਰਫ ਜਾਪ ਸਾਹਿਬ ਦਾ ਹੀ ਕੁਐਸਚਨ ਕਿਉਂ ਪੁੱਛਿਆ? ਬਹੁਤ ਸਾਰੀ ਇੱਕ ਕੰਟਰੋਵਰਸੀ ਹੈ ਜੋ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਬਹੁਤ ਲੋਕ ਇਹ ਵੀ ਕਹਿੰਦੇ ਆ ਕਿ ਜਾਪ ਸਾਹਿਬ ਤਾਂ ਜੀ ਸ਼ਿਵ ਪੁਰਾਣ 'ਚੋਂ ਲਿਆ ਗਿਆ, ਮਾਰਕੰਡੇ ਪੁਰਾਣ 'ਚੋਂ ਲਿਆ ਗਿਆ। ਬਿਲੀਵ ਯੂ ਮੀ, ਮੈਂ ਸ਼ਿਵ ਪੁਰਾਣ ਵੀ ਪੜ੍ਹੀ ਹੈ, ਮੈਂ ਮਾਰਕੰਡੇ ਪੁਰਾਣ ਵੀ ਪੜ੍ਹੀ ਹੈ, ਮੈਂ ਉਪਨਿਸ਼ਦ ਵੀ ਪੜ੍ਹੇ ਆ। ਕਿਤੇ ਵੀ ਐਜ਼ ਇਟ ਇਜ਼ ਜਾਪ ਸਾਹਿਬ ਨਹੀਂ ਹੈ। ਹੁਣ ਕਿਆ ਕੀ ਜਾਂਦਾ ਕਿ ਜਿਹੜੇ ਇਹ ਨਾ ਕੁਛ ਅੱਖਰ ਜਿਹੜੇ ਆ ਉੱਥੋਂ ਲਏ ਗਏ ਆ। ਇੱਕ ਗੱਲ ਯਾਦ ਆਪਾਂ ਰੱਖ ਲਈਏ ਤਾਂ ਮੈਨੂੰ ਲੱਗਦਾ ਹਮੇਸ਼ਾ ਲਈ ਚੰਗਾ ਹੋਊਗਾ। ਜਿਹੜਾ ਸੱਚ ਹੁੰਦਾ ਨਾ ਉਹ ਸਰਵ ਸ੍ਰੇਸ਼ਟ ਹੁੰਦਾ, ਉਹ ਹਰ ਜਗ੍ਹਾ ਦੇ ਉੱਤੇ ਹੁੰਦਾ। ਸੱਚ ਜਿਹੜਾ ਕਿ ਫੈਕਚੁਅਲ ਸੱਚ, ਜਦੋਂ ਆਪਾਂ ਕਹਿੰਦੇ ਹਾਂ ਕਿ ਉਹ ਅਕਾਲ ਹੈ, ਉਹ ਕਾਲ ਤੋਂ ਬਾਹਰ ਹੈ ਨਾ, ਤਾਂ ਉਹ ਤਾਂ ਕਾਲ ਤੋਂ ਬਾਹਰ ਹੈ, ਤਾਂ ਇਹ ਫਿਰ ਹਿੰਦੂ ਵੀ ਕਹੂਗਾ, ਇਹ ਮੁਸਲਮਾਨ ਵੀ ਕਹੂਗਾ, ਮੁਸਲਮਾਨ ਵੀ ਇਹੀ ਕਹਿੰਦੇ ਆ ਹੈ ਨਾ, ਉਹ ਈਸਾਈ ਵੀ ਇਹੀ ਕਹਿਣਗੇ, ਹਰ ਕੋਈ ਇਹੋ ਕਹੂਗਾ ਕਿ ਉਹ ਕਾਲ ਤੋਂ ਬਾਹਰ ਹੈ ਨਾ। ਤਾਂ ਫਿਰ ਸਿੱਖ ਉਹਦੇ ਵਾਸਤੇ ਕੋਈ ਵੱਖਰੀ ਡਿਕਸ਼ਨਰੀ ਥੋੜ੍ਹੀ ਘੜਨਗੇ, ਕੋਈ ਵੱਖਰੀ ਗੱਲ ਥੋੜ੍ਹੀ ਘੜਨਗੇ। ਦੂਸਰੀ ਗੱਲ ਹੈ ਅੱਖਰਾਂ ਦੀ। ਦੇਖੋ ਜਿਹੜਾ ਜਦੋਂ ਜਿਸ ਖਿੱਤੇ 'ਚੋਂ ਅਸੀਂ ਆਉਂਦੇ ਹਾਂ, ਰਿਗਵੇਦ ਵੀ ਉਸੇ ਖਿੱਤੇ ਦੇ ਵਿੱਚ ਲਿਖਿਆ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਲਿਖੇ ਗਏ ਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਿੰਦੂ ਗ੍ਰੰਥ, ਹਿੰਦੂ ਨਹੀਂ ਮੈਂ ਸਨਾਤਨ ਕਹੂੰਗੀ, ਉਹਨਾਂ ਨਾਲ ਪੈਰਲਲ ਹੋਣਗੀਆਂ ਜੋ ਸੱਚ ਦੇ ਨਾਲ ਹੈ। ਹੁਣ ਜਿੱਥੇ ਉਹ ਸਤੀ ਸਿਸਟਮ ਨੂੰ ਮੰਨਣਗੇ, ਗੁਰੂ ਗ੍ਰੰਥ ਸਾਹਿਬ ਸਾਡੇ ਖੰਡਨ ਕਰਨਗੇ, ਠੀਕ ਹੈ, ਉਹ ਸਾਡੇ ਆਪਣੇ ਕਲਚਰਲ ਰੀਤੀਆਂ ਹੋ ਗਈਆਂ। ਪਰ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਅਕਾਲ ਦੀ ਗੱਲ ਹੁੰਦੀ ਆ, ਅਗਰ ਹਿੰਦੂ ਗ੍ਰੰਥ ਜਿਹੜੇ ਆ ਉਹ ਕਹਿੰਦੇ ਆ ਕਿ ਨਹੀਂ ਇਹ ਦੇਵੀ ਦੇਵਤੇ, ਅਸੀਂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ। ਹੁਣ ਆਪਾਂ ਇਹ ਦੇਖੀਏ ਕਿ ਜਾਪ ਸਾਹਿਬ ਦੇ ਵਿੱਚ ਕਿੱਥੇ ਦੇਵੀ ਦੇਵਤਿਆਂ ਦੀ ਗੱਲ ਹੁੰਦੀ ਆ, ਹੈ ਨਾ। ਉਹ ਜਨੇਊ ਪਾਉਣ ਦੀ ਗੱਲ ਕਰਦੇ ਆ, ਗੁਰੂ ਗ੍ਰੰਥ ਸਾਹਿਬ ਸਾਡੇ ਜਨੇਊ ਤੋਂ ਮਨਾ ਕਰਦੇ ਆ। ਆਪਾਂ ਦੇਖੀਏ ਜਾਪ ਸਾਹਿਬ ਦੇ ਵਿੱਚ ਕਿੱਥੇ ਜਨੇਊ ਪਾਉਣ ਦੀ ਗੱਲ ਹੁੰਦੀ ਆ। ਉਹ ਮੂਰਤੀ ਪੂਜਾ ਦੀ ਜਿਹੜੀ ਗੱਲ ਕਰਦੇ ਆ, ਅਤੇ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਕਰਦੇ, ਜਿਹੜੇ ਹਿੰਦੂ ਗ੍ਰੰਥ ਅਗਰ ਉਹ ਕਰਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਕਰਦੇ, ਤਾਂ ਆਪਾਂ ਇਹ ਦੇਖੀਏ ਜਾਪ ਸਾਹਿਬ ਦੇ ਵਿੱਚ ਕਿੱਥੇ ਹੁੰਦੀ ਆ। ਸੋ ਆਪਣੇ ਕੋਲ ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਹੀ ਹਾਂ ਕਿ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਜਿਹੜਾ ਪੈਰਾਮੀਟਰ ਹੈ ਨਾ, ਉਹ ਨਾ ਕੋਈ ਕਿਰਨਪ੍ਰੀਤ ਕੌਰ ਹੋਵੇ, ਨਾ ਕੋਈ ਪ੍ਰੋਫੈਸਰ ਐਕਸ, ਨਾ ਪ੍ਰੋਫੈਸਰ ਵਾਈ, ਨਾ ਪ੍ਰੋਫੈਸਰ ਜ਼ੈਡ। ਕੋਈ ਸਾਡੇ ਕੋਲ ਕੋਈ ਪੈਰਾਮੀਟਰ ਨਹੀਂ, ਸਾਡੇ ਕੋਲ ਸਿਰਫ ਇੱਕੋ ਪੈਰਾਮੀਟਰ ਹੋਣਾ ਚਾਹੀਦਾ, ਐਂਡ ਦੈਟ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਨਾਂ ਤੋਂ ਬਿਨਾਂ ਸਾਡਾ ਕੋਈ ਪੈਰਾਮੀਟਰ ਨਹੀਂ ਹੋਣਾ ਚਾਹੀਦਾ ਟੂ ਚੈੱਕ ਕਿ ਕਿਹੜੀ ਚੀਜ਼ ਸਾਡੀ ਹੈ ਔਰ ਕਿਹੜੀ ਨਹੀਂ ਹੈ। ਜੇ ਤਾਂ ਮੈਂ ਫਿਰ ਆਪਣੀ ਗੱਲ ਦੁਹਰਾ ਰਹੀ ਹਾਂ, ਕਿਉਂਕਿ ਜਾਪ ਸਾਹਿਬ ਜਿੰਨਾ ਮੈਂ ਪੜ੍ਹਿਆ, ਉਹ ਮੈਨੂੰ ਬਹੁਤ ਮਜ਼ਾ ਆਉਂਦਾ, ਬਹੁਤ ਮਜ਼ਾ, ਬਹੁਤ ਆਨੰਦ ਆਉਂਦਾ ਜਾਪ ਸਾਹਿਬ ਪੜ੍ਹ ਕੇ। ਇੱਕ ਤਾਂ ਉਹ ਲੈਂਗੁਏਜ ਬੜੀ ਕ੍ਰਿਸਪ ਹੈ, ਬੜੀ ਪਿਆਰੀ ਲੈਂਗੁਏਜ ਆ। ਦੂਸਰਾ, ਜਦੋਂ ਤੁਸੀਂ ਇਕੱਲੇ ਇੱਕ ਵਰਡ ਨੂੰ ਤੁਸੀਂ ਪੜ੍ਹਦੇ ਹੋ ਨਾ, ਹੈ ਨਾ, ਅਜੈ ਹੈ, ਤੁਸੀਂ ਇਹ ਇਕੱਲੇ ਵਰਡ ਨੂੰ ਪੜ੍ਹਦੇ ਹੋ, ਅਜੂ ਹੈ, ਉਹ ਤੁਹਾਨੂੰ ਸਮਝ ਲੱਗਦੀ ਹੈ ਕਿ ਇੱਕ ਅੱਖਰ ਦੇ ਵਿੱਚ ਪੂਰਾ ਡਾਇਲੋਗ ਕਿੱਦਾਂ ਫਿੱਟ ਕੀਤਾ ਜਾ ਸਕਦਾ। ਤਾਂ ਮੈਨੂੰ ਮੇਰੀ ਪਰਸਨਲ ਰਾਏ ਇਹ ਆ, ਮੇਰੀ ਪਰਸਨਲ ਵਿਚਾਰ ਇਹ ਹੈ ਕਿ ਮੈਨੂੰ ਬਹੁਤ ਪਿਆਰੇ ਲੱਗਦਾ ਜਾਪ ਸਾਹਿਬ ਪੜ੍ਹਨਾ। ਪਰ ਕਿਆ ਜਾਪ ਸਾਹਿਬ ਮੇਰੇ ਗੁਰੂ ਹੈ? ਨਹੀਂ, ਗੁਰੂ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਬਸ। ਔਰ ਇਹ ਜਿਹੜੀ ਗੱਲ ਹੈ, ਅਗਰ ਆਪਾਂ ਇਹਨੂੰ ਸਮਝ ਲਈਏ, ਦੇਅਰਜ਼ ਅ ਡਿਫਰੈਂਸ। ਤੁਹਾਡੀ ਰਹਿਤ ਮਰਿਆਦਾ ਅਤੇ ਗੁਰੂ ਦੇ ਵਿੱਚ ਡਿਫਰੈਂਸ ਆ। ਔਰ ਗੁਰੂ ਸਾਡੇ ਜਿਸ ਗੁਰੂ ਨੇ ਗੁਰੂ ਗ੍ਰੰਥ ਨੂੰ ਗੁਰੂ ਥਾਪਿਆ, ਉਸੇ ਨੇ ਪੰਥ ਨੂੰ ਵੀ ਗੁਰੂ ਥਾਪਿਆ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗੱਲ ਕੀਤੀ ਆ। ਹੁਣ ਜੇ ਮੈਂ ਗ੍ਰੰਥ ਨੂੰ ਗੁਰੂ ਮੰਨਾਂ ਅਤੇ ਪੰਥ ਨੂੰ ਗੁਰੂ ਨਾ ਮੰਨਾਂ, ਤਾਂ ਫਿਰ ਮੇਰੀ ਹਿਪੋਕ੍ਰੇਸੀ ਆ, ਹੈ ਨਾ। ਔਰ ਪੰਥ ਕੀ ਆ ਜੀ? ਪੰਥ ਉਹ ਆ ਜੋ ਸਰਬੱਤ ਖਾਲਸਾ ਜਿਹੜਾ ਹੈ ਉਹਨੂੰ ਸਾਜ ਦੇਵੇ, ਜੋ ਸਾਡਾ ਸਾਰਾ ਉਹ ਪੰਥ ਹੈ। ਹੁਣ ਉਸੇ ਪੰਥ ਦੇ ਵਿੱਚੋਂ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਆ ਉਹ ਬਾਹਰ ਨਿਕਲ ਕੇ ਆਈ ਆ। ਜੇ ਸਾਨੂੰ ਇਹਦੇ ਨਾਲ ਕੋਈ ਪ੍ਰੋਬਲਮ ਆ, ਅਸੀਂ ਪੰਥ ਦਾ ਹਿੱਸਾ ਹੋਣ ਦੇ ਨਾਤੇ ਪੂਰਾ ਹੱਕ ਰੱਖਦੇ ਹਾਂ ਕਿ ਆਪਾਂ ਅਕਾਲ ਤਖਤ ਨੂੰ ਇਕੱਠੇ ਹੋ ਕੇ ਲਿਖੀਏ ਕਿ ਰਹਿਤ ਮਰਿਆਦਾ ਵਿੱਚ ਆਹ ਚੀਜ਼ਾਂ ਜੀ ਸਾਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਪਰੀਤ ਜਾਂਦੀਆਂ ਨੇ, ਅਤੇ ਇਹਨਾਂ ਨੂੰ ਆਪਾਂ ਠੀਕ ਕਰ ਲਈਏ। ਮੇਰਾ ਯਕੀਨ ਆ ਕਿ ਅਕਾਲ ਤਖਤ ਸਾਡੀ ਗੱਲ ਜ਼ਰੂਰ ਸੁਣਨਗੇ, ਕਿਉਂਕਿ ਅਕਾਲ ਤਖਤ ਸਾਡੇ ਆ। ਉੱਥੇ ਜਿਹੜੇ ਮੁੱਖ ਸੇਵਾਦਾਰ ਹੁੰਦੇ, ਉਹ ਸਿਰਫ ਸੇਵਾਦਾਰ ਹੁੰਦੇ ਆ। ਅਕਾਲ ਤਖਤ ਪੰਥ ਦੇ ਆ ਔਰ ਪੰਥ ਦੇ ਹੀ ਰਹਿਣੇ ਆ। ਆਪਾਂ ਆਪਣੀ ਓਨਰਸ਼ਿਪ ਲੈਣ ਦੀ ਗੱਲ ਕਰੀਏ, ਆਪਾਂ ਆਪਣੀ ਰਿਸਪੋਂਸੀਬਿਲਿਟੀ ਲੈਣ ਦੀ ਗੱਲ ਕਰੀਏ। ਸੋ ਕਸ਼ਮੀਰ ਸਿੰਘ ਜਾਂਗਰਾ ਜੀ, ਮੈਨੂੰ ਲੱਗਦਾ ਕਿ ਤੁਹਾਡੇ ਜਿਹੜਾ ਕੁਐਸਚਨ ਹੈ ਮੈਂ ਉਹਦਾ ਆਨਸਰ ਦੇ ਦਿੱਤਾ ਹੋਊਗਾ। ਅਗਰ ਤੁਹਾਨੂੰ ਫਿਰ ਵੀ ਲੱਗੇ ਕਿ ਮੈਂ ਕਿਤੇ ਕੋਈ ਚੀਜ਼ ਮਾਈਨਸ ਕਰ ਗਈ ਹਾਂ ਜਾਂ ਮੈਨੂੰ ਕੁਛ ਹੋਰ ਬੋਲਣਾ ਚਾਹੀਦਾ ਸੀਗਾ, ਤਾਂ ਤੁਸੀਂ ਮੈਨੂੰ ਈਮੇਲ ਕਰਕੇ ਦੱਸ ਸਕਦੇ ਆ। ਮੈਂ ਦੁਬਾਰਾ
ਇਹ ਕੁਐਸਚਨ ਨੂੰ ਜ਼ਰੂਰ ਲਵਾਂਗੀ, ਬਟ ਮੈਂ ਅਗੇਨ ਦੁਬਾਰਾ ਹੀ ਕਹਿੰਦੀ ਹਾਂ ਕਿ ਆਪਾਂ ਕੰਟਰੋਵਰਸੀਜ਼ ਜਿਹੜੀਆਂ ਫਜ਼ੂਲ ਦੀਆਂ ਕੰਟਰੋਵਰਸੀਜ਼ ਪਾਈਆਂ ਜਾਂਦੀਆਂ ਉਹਨਾਂ ਵੱਲ ਨਾ ਜਾਇਆ ਕਰੀਏ। ਸਾਡੇ ਕੋਲ ਇੱਕ ਪੈਰਾਮੀਟਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕੋਈ ਵੀ ਚੀਜ਼, ਕੋਈ ਵੀ ਇਨਸਾਨ, ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗੱਲ ਆਪਾਂ ਅਗਰ ਪਰਖਣੀ ਹੈ ਨਾ, ਉਹ ਸਹੀ ਹੈ ਕਿ ਗਲਤ ਹੈ, ਉਹ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਦੇ ਉੱਤੇ ਰੱਖ ਕੇ ਪਰਖ ਲਿਆ ਕਰੀਏ। ਜੇ ਉਹ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਖਰੀ ਉਤਰਦੀ ਆ ਉਹ ਸਾਡੀ ਹੈ, ਜੇ ਨਹੀਂ ਤਾਂ ਉਹ ਸਾਡੀ ਨਹੀਂ ਹੈ। ਠੀਕ ਹੈ ਜੀ, ਇੰਨੀਆਂ ਗੱਲਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ, ਕਿਉਂਕਿ ਹੁਣ ਟਾਈਮ ਹੋ ਰਿਹਾ। ਕੁਐਸਚਨ ਸਾਡੇ ਹਜੇ ਵੀ ਰਹਿ ਗਏ ਆ। ਮੈਂ ਦੇਖੂੰਗੀ, ਕੋਸ਼ਿਸ਼ ਕਰੂੰਗੀ ਕਿ ਕੁਐਸਚਨਸ, ਕਿਉਂਕਿ ਬੜੇ ਇੰਪੋਰਟੈਂਟ ਕੁਐਸਚਨ ਸੀਗੇ, ਅਗਲੀ ਵਾਰੀ ਲਵਾਂ। ਅਗਰ ਅਗਲੀ ਵਾਰੀ ਨਹੀਂ ਤਾਂ ਫਿਰ ਜਿਹੜਾ ਜਦੋਂ ਵੀ ਆਪਾਂ ਸੀਰੀਜ਼ ਦੁਬਾਰਾ ਸ਼ੁਰੂ ਕਰਾਂਗੇ ਕੁਐਸਚਨ ਆਨਸਰ ਦੀ, ਉਹਦੇ 'ਚ ਮੈਂ ਲਵਾਂ। ਇੰਨੀਆਂ ਗੱਲਾਂ ਕਰਦੇ ਹੋਏ ਤੁਹਾਡੇ ਸਾਰਿਆਂ ਕੋਲ ਮੈਂ ਸ਼ਿਮਾ ਦੀ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।